सो भेटिया निरभै तनी, सो भेटिया निरभै तनी, निरभै तनी, निरभै तनी, सो भेटिया निरभै तनी, सो भेटिया निरभै तनी। जां के ग्रह सब किछ है पूरन, जां के ग्रह सब किछ है पूरन, सब किछ है पूरन, सब किछ है पूरन, सब किछ है पूरन, सब किछ है पूरन। जाके ग्रह सब किछ है पूरन, जाके ग्रह सब किछ है पूरन। सो भेटिया भेटिया, सो भेटिया भेटिया, सो भेटिया निरभै तनी, निरभै तनी। ਅਸੀਂ ਉਸ ਦੇ ਪੰਨਾ ਬੋਲਣ ਲੱਗੇ ਹਾਂ ਜਿਹਨੂੰ ਪੂਰਨ ਬ੍ਰਹਮ ਗਿਆਨ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ ਜੋ ਦੁਨੀਆ 'ਚ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 389 390 399 ਪੰਨਾ ਅਤੇ 390 ਪੰਨੇ ਦੇ ਉੱਤੇ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨੇ ਸਾਰਾ ਗਿਆਨ ਐਡਿਟ ਕੀਤਾ ਔਰ ਇੰਨੀ ਮਿਹਨਤ ਦੇ ਨਾਲ ਇਹ ਸਾਰੇ ਸ਼ਬਦ ਸਿੱਕਾ ਬੰਦ ਸਾਨੂੰ ਦਿੱਤੇ ਜਿਹੜੇ ਕਿਸੇ ਯੁੱਗ 'ਚ ਪਹਿਲਾਂ ਨਹੀਂ ਆਏ। ਨਾ ਸਤਯੁਗ ਤ੍ਰੇਤਾ ਦੁਆਪਰ 'ਚ ਕਿਸੇ ਦਾ ਸ਼ਬਦ ਨਹੀਂ ਮਿਲੇਗਾ, ਹੋਰ ਗਿਆਨ ਬਥੇਰਾ ਮਿਲੇਗਾ ਪਰ ਸ਼ਬਦ ਨਹੀਂ ਆਇਆ ਕਿਸੇ ਨੂੰ। ਤੋ ਅਸੀਂ ਉਹਦਾ ਰਹਾਉ ਦੀ ਤੁਕ ਜੋ ਬੋਲੀ ਹੈ ਅਸੀਂ ਉਹਦੀ ਪੂਣੀ ਕੱਤੀ ਆ ਰਹੇ ਹਾਂ। ਵਿਸ਼ਾ ਬੜਾ ਡੂੰਘਾ ਹੈ ਜਿਹੜਾ ਸਾਰੀ ਸਿੱਖੀ 'ਚ ਇੱਕ ਦੀਮਕ ਜਿੱਦਾਂ ਸੇਕ ਲੱਗ ਜਾਂਦੀ ਹੈ ਕਿਸੇ ਲੱਕੜ ਨੂੰ, ਉਹ ਖਾ ਜਾਂਦੀ ਹੈ ਇਸ ਨੂੰ। ਸਾਡੀ ਕੌਮ ਨੂੰ ਇੱਕ ਐਸਾ ਭੁਲੇਖਾ ਖਾਇਆ ਜਾ ਰਿਹਾ ਹੈ ਜਿਹੜਾ ਬਾਣੀ ਰਾਹੀਂ ਹੀ ਸਾਫ਼ ਹੋ ਸਕਦਾ ਹੈ। ਭੋਲੀ ਭਾਲੀ ਸੰਗਤ ਜੋ ਇਹ ਭੇਟਣ ਦਾ ਲਫ਼ਜ਼ ਆਪਣੇ 'ਤੇ ਵਰਾ ਰਹੇ ਨੇ ਉਹ ਵੀ ਅਨਭੋਲੀ ਹੈ। ਉਹ ਚੰਗੇ ਨੇ ਨਾਮ ਜਪਣ ਵਾਲੇ ਸਾਰੇ ਸਾਧ ਸੰਤ ਭਗਤ ਬੜੇ ਬੜੇ ਲੋਕ ਜਿਹੜੇ ਨਾਮ ਜਪਦੇ ਨੇ ਪਰਮੇਸ਼ਰ ਦਾ, ਬਹੁਤ ਉੱਚਾ ਕੰਮ ਕਰ ਰਹੇ ਨੇ। ਲੇਕਿਨ ਇਸ ਭੁਲੇਖੇ 'ਚ ਕੋਈ ਨਹੀਂ ਨਿਕਲਿਆ ਵੀ ਸਾਰੀ ਬਾਣੀ ਦੇਹ ਦਾ ਭੇਟਣਾ ਨਹੀਂ ਮੰਨਦੀ, ਕਿਸੇ ਬੌਡੀ ਦਾ ਭੇਟਣਾ, ਕਿਸੇ ਪੱਥਰ ਦੇ ਠਾਕਰ ਦਾ ਭੇਟਣਾ। ਇੱਥੇ ਤੱਕ ਇਹ ਗਿਆਨ ਕਲੀਅਰ ਕਰਦਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਕੇ ਜਿੱਦਾਂ ਮਾਂ ਬਾਪ ਨੂੰ ਮੱਥਾ ਟੇਕੀਦਾ ਹੈ, ਗੁਰੂਆਂ ਨੂੰ ਮੱਥਾ ਟੇਕੀਦਾ ਹੈ, ਸਾਡਾ ਗਿਆਨ ਗੁਰੂ ਹੈ, ਸਤਿਕਾਰ ਲਈ ਮੱਥਾ ਟੇਕਣਾ ਹੈ। ਪਰ ਅਸੀਂ ਕਿਸੇ ਕਿਤਾਬ ਨੂੰ ਭੇਟ ਨਹੀਂ ਸਕਦੇ। ਇਹੋ ਲਫ਼ਜ਼ ਅਸੀਂ ਕਲੀਅਰ ਕਰ ਰਹੇ ਹਾਂ। ਸੱਚਾਈ ਨੂੰ ਅਸੀਂ ਡੀਵੀਏਟ ਨਹੀਂ ਕਰ ਸਕਦੇ, ਲੇਕਿਨ ਬਾਣੀ ਦੇ ਰਾਹੀਂ ਅਸੀਂ ਪਿਆਰ ਨਾਲ ਸਾਰੀ ਕੌਮ ਸਿੱਖ ਨੂੰ ਸਮਝਾ ਰਹੇ ਹਾਂ, ਕੌਮ ਨੂੰ ਵੀ ਬਾਣੀ ਸਾਰੀ ਹੀ ਸਿੱਖ ਬਣ ਕੇ ਲਿਖੀ ਗਈ ਹੈ
ਔਰ ਉਸ ਸਤਿਗੁਰੂ ਨੂੰ ਭੇਟਣਾ ਹੈ ਜਿਹਦੀ ਦੇਹ ਨਹੀਂ ਹੈ। ਸਾਰੇ ਗਿਆਨ 'ਚ ਦੇਹ ਅਭਿਆਸ ਭੱਜਾ ਪਿਆ ਹੈ ਔਰ ਦੇਹ ਅਭਿਆਸ ਖਤਮ ਹੈ। ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਢਹਿ ਬਿਨਸਤ ਲਗੇ ਨਾ ਬਾਰਾ। ਇਸ ਕਰਕੇ ਜਿਹੜੀ ਦੇਹੀ ਕਿਸੇ ਐਸੀ ਚੀਜ਼ ਨੂੰ ਪੂਜਣਾ ਔਰ ਉਹਨੂੰ ਭੇਟਣ ਦੀ ਜਗ੍ਹਾ ਦੇ ਦੇਣੀ, ਇਹ ਭੇਟਿਆ ਦੇਵੀ ਨੂੰ ਭੇਟਿਆ ਜਾ ਰਿਹਾ ਸੀ। ਦੇਵਤਿਆਂ ਦੀਆਂ ਮੂਰਤਾਂ ਹੁਣ ਵੀ ਭੇਟੀਆਂ ਜਾ ਰਹੀਆਂ। ਭੇਟਾਂ ਸਾਰਾ ਇਹ ਭੇਟਣ ਦਾ ਐਸਾ ਉੱਚਾ ਸਪਿਰਿਚੁਅਲ ਸਟੇਜ ਦਾ ਲਫ਼ਜ਼ ਹੈ ਜਿਹੜਾ ਅਸੀਂ ਬੜੀ ਮਿਹਨਤ ਨਾਲ ਸ਼ਬਦਾਂ ਨਾਲ ਕੱਢ ਕੇ, ਤਾਂ ਕਿ ਸਾਰੇ ਹੀ ਜਿਹੜੇ ਆਪਣੇ ਆਪ ਨੂੰ ਸੰਤ ਸਾਧ ਔਰ ਗੁਰੂ ਬਣੀ ਬੈਠੇ ਹੈ, ਸਤਿਗੁਰੂ ਕਲਾ ਰਹੇ ਨੇ ਬੌੜੀਆਂ ਦੇ ਵਿੱਚ, ਉਹਨਾਂ ਦਾ ਵੀ ਭਲਾ ਹੋ ਜੂ। ਕਿਉਂਕਿ ਗਿਆਨ ਐਸਾ ਹੈ ਜਿਹੜਾ ਸਭ ਤੋਂ ਪਹਿਲਾਂ ਹਉਮੈ ਭੰਨਦਾ ਹੈ। ਜੇ ਈਗੋ ਨਹੀਂ, ਈਗੋ ਅੰਦਰੋਂ ਨਹੀਂ ਮਿਟੀ ਤੇ ਇੱਕ ਮਿੱਕ ਰੱਬ ਨਾਲ ਨਹੀਂ ਹੋ ਸਕਦਾ ਕੋਈ। ਈਗੋ ਹੀ ਵਿਛੋੜਾ ਹੈ। ਦੁਰਮਤ ਦੂਜਾ ਭਾਵ ਹੈ ਵਿਛੋੜਾ ਹਉਮੈ ਰੋਗ। ਇਸ ਕਰਕੇ ਜਿਹੜਾ ਅਸੀਂ ਸਾਰੇ ਇਸ ਗਿਆਨ ਦੇ ਰਾਹੀਂ ਉਸ ਰੱਬ ਨੂੰ ਜੁੜਨਾ, ਅਸੀਂ ਭੇਟਣਾ ਉਸ ਸਤਿਗੁਰੂ ਨੂੰ ਹੈ ਜਿਹਦੀ ਦੇਹ ਨਹੀਂ ਹੈ ਔਰ ਸਦਾ ਸਦਾ ਹੈ। ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ, ਜੁਗਾਂ ਜੁਗਾਂ ਤੋਂ ਇਹ ਸਤਿਗੁਰੂ ਹੈ। ਔਰ ਇਸੇ ਸਤਿਗੁਰੂ ਨੂੰ ਹੀ ਗੌੜੀ ਸੁਖਮਣੀ ਨਮਸਕਾਰ ਕਰ ਰਹੀ ਹੈ ਪਹਿਲੇ ਸ਼ਲੋਕ। ਆਦਿ ਗੁਰੇ ਨਮੈ, ਜੁਗਾਦਿ ਗੁਰੇ ਨਮੈ, ਸਤੇ ਗੁਰੇ ਨਮੈ, ਸ੍ਰੀ ਗੁਰਦੇਵੇ ਨਮੈ। ਇਸ ਕਰਕੇ ਇਹ ਸਾਰਾ ਗਿਆਨ ਡਾਈਵਰਜੈਂਟ ਨਹੀਂ ਹੈ, ਪੈਰਲਲ ਨਹੀਂ ਹੈ, ਕਨਵਰਜੈਂਟ ਹੈ ਇੱਕ ਪੁਆਇੰਟ ਦੇ ਉੱਤੇ ਵੀ ਜੇ ਭੇਟਣਾ ਹੈ, ਅਸੀਂ ਜਿਹਦੀ ਦੇਹ ਨਹੀਂ ਹੈ ਉਹਨੂੰ ਭੇਟਣਾ ਹੈ। ਔਰ ਅੱਜ ਅਸੀਂ ਅਗਲਾ ਸ਼ਬਦ ਲੈਂਦੇ ਹਾਂ ਇਸੇ ਮਹੱਲੇ ਪੰਜਵੇਂ ਦਾ, ਜਿਹਨੇ ਰਹਾਉ ਦੀ ਤੁਕ ਦਿੱਤੀ। ਸੋ ਭੇਟਿਆ ਨਿਰਭੈ ਤਨੀ, ਸੋ ਭੇਟਿਆ ਨਿਰਭੈ ਤਨੀ। ਨਿਰਭੈ ਮਤਲਬ ਮੈਂ ਨਿਡਰ ਧਨੀ ਨੂੰ ਭੇਜਿਆ ਹੈ। ਇੱਕ ਕੁਆਲੀਫਿਕੇਸ਼ਨ ਨਹੀਂ ਹੈ। ਜਿਹੜਾ ਅਕਾਲ ਪੁਰਖ ਜਾਂ ਸਤਿਗੁਰੂ ਅਸੀਂ ਭੇਟਨੇ ਹਾਂ ਰੱਬ ਨੂੰ, ਉਹ ਨਿਰਭੈ ਦਾ ਮਤਲਬ ਹੈ ਉਹ ਮਾਇਆ 'ਚ ਨਹੀਂ ਪਾਉਂਦਾ। ਇਹਨੂੰ ਨਿਰਭਉ ਹੀ ਸਮਝਣਾ ਚਾਹੀਦਾ। ਨਿਰਭਉ ਭੈ ਦੇ ਦੋ ਮਤਲਬ ਹੈ ਸਾਰੀ ਬਾਣੀ 'ਚ। ਜੇ ਸਦਾ ਲਈ ਗਿਆਨਵਾਨ ਸਾਥੀਆਂ ਨਾਲ ਅਸੀਂ ਸਾਂਝ ਕਰ ਰਹੇ, ਜੇ ਬਾਣੀ ਨੂੰ ਸਮਝਣਾ ਚਾਹੋ, ਕਈ ਥਾਂ ਟਪਲਾ ਖਾ ਜਾਓਗੇ ਵੀ ਨਿਰਭੈ ਦਾ ਮਤਲਬ ਇੱਥੇ ਨਿਡਰ ਹੋ ਕੇ ਪਰਮਾਤਮਾ ਨੂੰ ਜਪਣਾ, ਅਸੀਂ ਉਹਦੇ ਡਰ 'ਚ ਨਹੀਂ ਰਹਿਣਾ। ਭੈ ਦੇ ਦੋ ਮਤਲਬ ਹੈ, ਇੱਕ ਹੈ ਡਰ, ਦੂਸਰਾ ਮਤਲਬ ਹੈ ਮਾਇਆ। ਇਸ ਕਰਕੇ ਵਿਖੇ ਬਾਚ ਹਰ ਰਾਜ, ਸਮਝ ਮਨ ਬਾਵਰਾ ਰੇ। ਨਿਰਭੈ ਹੋਏ ਨਾ ਹਰ ਭਜੇ ਮਨ ਬਾਵਰਾ ਰੇ, ਗਹਿਓ ਨਾ ਰਾਮ ਜਹਾਜ ਰਹਾਓ। ਕਬੀਰ ਜੀਓ, ਨਿਰਭੈ ਹੋ ਕੇ ਅਸੀਂ ਉਹਨੂੰ ਭਜਣਾ ਹੈ, ਉਹਦੇ ਡਰ 'ਚ ਨਹੀਂ ਭਜਣਾ। ਅਤੇ ਸਾਡੇ 'ਤੇ ਲਿਖਿਆ ਭੈ ਬਿਨ ਭਗਤ ਨਾ ਹੋਵੇ, ਭੈ ਬਿਨ ਲਾਗ ਨਾ ਲੱਗੀ, ਨਾ ਮਨ ਨਿਰਮਲ ਹੋਏ। ਉਹ ਤਾਂ ਡਰ ਹੈ। ਲੇਕਿਨ ਨਿਰਭੈ ਹੋ ਕੇ ਜਿਹੜਾ ਭਜੋ ਹਰ, ਉਹ ਹੈ ਮਾਇਆ ਤੋਂ ਪਰੇ ਹੋ ਕੇ। ਮਾਇਆ ਦੇ ਵਿੱਚ ਨਾ ਭਜੀ। ਇਸ ਕਰਕੇ ਜਿਹੜਾ ਜਿਹਨੂੰ ਅਸੀਂ ਭੇਟਣਾ ਉਹ ਮਾਇਆ 'ਚ ਨਹੀਂ ਹੈ। ਠਾਕਰ, ਮੂਰਤੀਆਂ, ਦੇਵਤੇ, ਦੇਵੀਆਂ, ਬ੍ਰਹਮਾ, ਵਿਸ਼ਨ, ਮਹੇਸ਼, ਜਿੰਨੀ ਦੁਨੀਆ ਹੈ ਸਾਰੀ ਮਾਇਆ 'ਚ ਹੈ, ਪਰ ਭਗਤ ਨਾ ਵਿਆਪੇ ਮਾਇਆ। ਆਹ ਅਸੀਂ ਚੀਜ਼ਾਂ ਉਹ ਕੱਢ ਰਹੇ ਹਾਂ ਵੀ ਧਿਆਨ ਨਾਲ ਭੇਟੋ ਕਿਸੇ ਨੂੰ। ਜਿਹਨੂੰ ਭੇਟੋਗੇ, ਜਿਹਦੀ ਪੂਜਾ ਜਿਹਦੀ ਕਰੋਗੇ, ਉਹ ਖੜਾ ਹੋ ਜਾਊਗਾ। ਕਈ ਰਹੇ ਬਬਾਣੀ ਮੜੀ ਮਸਾਣੀ, ਮਾੜਾ ਮਸਾਣੀਆਂ 'ਚ ਜਾ ਕੇ ਭੂਤਾਂ ਪ੍ਰੇਤਾਂ ਨੂੰ ਭੇਟਦੇ ਆ, ਉਹ ਖੜੇ ਹੋ ਜਾਂਦੇ ਆ। ਇਸ ਕਰਕੇ ਦੇਵੀ ਦੀਆਂ ਭੇਟਾਂ ਦੇ ਦਿੱਤੀਆਂ, ਦੇਵੀ ਸਹਾਈ ਕਰਦੀ ਹੈ। ਭੇਟਾਂ ਉਹ ਬੜੇ ਸੰਸੀਰ ਨੇ ਜਿਹੜੀਆਂ ਦੇਵੀ ਦੇ ਭਗਤ ਨੇ, ਲੇਕਿਨ ਜਿਹਨੂੰ ਭੇਟੋਗੇ ਉਹ ਤੁਹਾਡੇ ਅੰਦਰ ਆਏਗਾ। ਇਸ ਕਰਕੇ ਭੇਟਣਾ ਸਾਰੀ ਬਾਣੀ 'ਚ ਹੈ। ਅਸੀਂ ਉਸ ਨਿਰਭੈ ਧਨੀ ਨੂੰ, ਧਨੀ ਕਿਉਂ ਕਿਹਾ? ਉਹ ਐਡਾ ਅਮੀਰ ਹੈ ਵੀ ਉਹ ਬਾਰੀ ਪਹਿਲਾਂ ਆਉਂਦੀ ਹੈ। ਜਾਂ ਕੇ ਗ੍ਰਹਿ ਸਭ ਕਿਛ ਹੈ ਪੂਰਨ, ਜਾਂ ਕੇ ਗ੍ਰਹਿ
ਜਾਂ ਕਹਿ ਤਾਂ ਲਿਖਿਆ, ਉਹ ਕੱਲਾ ਵਾ ਬੰਦਾ। ਜਾਂ ਕਹਿ ਗ੍ਰਹਿ ਹੈ ਸਭ ਕਿਛ ਹੈ ਪੂਰਨ। ਅਧੂਰੀ ਚੀਜ਼ ਨਹੀਂ ਅਸੀਂ ਭੇਟਣੀ। ਜਿਹੜੀ ਦੇਹ ਆ ਅਧੂਰੀ ਹੈ, ਕੱਚੀ ਹੈ। ਜੇ ਇੱਕ ਥਾਂ ਬਾਣੀ 'ਚ ਇਕੁਏਸ਼ਨ ਪੈ ਗਈ ਦੇਹੀ ਕਾਚੀ, ਅਸੀਂ ਦੇਹੀ ਨੂੰ ਗੁਰੂ ਨਹੀਂ ਮੰਨਦੇ। ਇਸ ਕਰਕੇ ਕੱਚੀ ਚੀਜ਼ ਨਹੀਂ ਭੇਟਣੀ। ਅਸੀਂ ਕਹਾਂ ਸ਼ਬਦ ਲਿਆ ਰਹੇ ਹਾਂ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਸੱਜਣ ਉਹ ਸਤਿਗੁਰੂ ਹੈ, ਔਰ ਢੂੰਡਣਾ ਅਸੀਂ ਗੁਰਮੁਖੇ ਢੂੰਡ ਢੁੰਡੇਂਦਿਆਂ ਹਰ ਸੱਜਣ ਆਪਣੇ ਅੰਦਰ ਲੱਭਣਾ ਹੈ। ਇਹ ਐਸੀਆਂ ਗਰਾਰੀਆਂ ਫਸੀਆਂ ਪਈਆਂ। ਬਾਣੀ ਦਾ ਅਰਥ ਇੱਕ ਥਾਂ ਜਿੱਥੇ ਇਕੁਏਸ਼ਨ ਪੈ ਗਈ ਵੀ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਉਹ ਸਾਰੀ ਬਾਣੀ 'ਚ ਚੱਲੇਗੀ। ਇਸ ਕਰਕੇ ਅਸੀਂ ਕਿਸੇ ਗੁਰੂਆਂ ਨੇ ਇਸੇ ਕਰਕੇ ਉੱਤੇ ਨਾਂ ਨਹੀਂ ਆਪਣਾ ਲਿਖਿਆ, ਮਹੱਲੇ ਲਿਖੇ ਹੈ ਵੀ ਸਾਡੀ ਯਾਦ ਤੱਕ ਨਾ ਕੋਈ ਕਰੇ। ਉਸ ਨਿਰਭੈਤਨੀ ਨੂੰ ਮਹੱਲਾ ਪੰਜਵਾਂ ਭੇਟ ਰਿਹਾ ਹੈ, ਔਰ ਉਹ ਹੈ ਭੇਟਣਾ ਹੈ ਹੀ ਐਡਾ ਪਵਿੱਤਰ ਲਫ਼ਜ਼ ਜਿਹੜਾ ਕਿ ਆਮ ਅਸੀਂ ਹਰ ਇੱਕ ਚੀਜ਼ 'ਤੇ ਵਰ੍ਹਾ ਰਹੇ ਹਾਂ। ਅਸੀਂ ਵੀ ਸਾਰੀ ਉਮਰ ਇਹ ਨਾ ਸਮਝ ਸਕੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੇਟਣਾ ਸਾਰਾ ਅਦਬਨਾ ਹੈ, ਪਿਆਰ ਹੈ, ਸਤਿਕਾਰ ਹੈ, ਪਰ ਬਾਣੀ ਦੀ ਇਕੁਏਸ਼ਨ ਗਲਤ ਹੋ ਜੂ। ਅਸੀਂ ਕਿਹਨੂੰ ਭੇਟਣਾ ਹੈ? ਅਸੀਂ ਇਨਸਾਨ ਕਿਸੇ ਨੂੰ ਨਹੀਂ ਭੇਟਣਾ, ਕਿਸੇ ਕਿਤਾਬ ਨੂੰ ਨਹੀਂ ਭੇਟਣਾ, ਕਿਸੇ ਇਨਸਾਨ ਨੂੰ ਨਹੀਂ ਅਸੀਂ ਭੇਟਣਾ। ਕਿਹਨੂੰ ਹੈ? ਜਾਂ ਕੈ ਗ੍ਰਹਿ ਹੈ ਸਭ ਕਿਛ ਹੈ ਪੂਰਨ। ਜਾਂ ਕੈ ਗ੍ਰਹਿ ਹੈ ਸਭ ਕਿਛ ਹੈ ਪੂਰਨ। ਸਭ ਕਿਛ ਹੈ ਪੂਰਨ। ਜੇ ਤੁਸੀਂ ਇਨਸਾਨ ਨੂੰ ਭੇਟੋਗੇ, ਭਗਤ ਕਹਿ ਰਹੇ ਨੇ, ਹਮ ਊਰੇ ਤੁਮ ਪੂਰੇ ਮਾਧੋ ਹਮ ਊਰੇ। ਸ਼ਬਦ ਮੰਨਦਾ ਇਨਸਾਨ ਸਦਾ ਹੀ ਗੁਰਾ ਹੈ, ਭਾਵੇਂ ਉਹ ਗੁਰੂ ਹੋਵੇ, ਕਾਂਈ ਕੋਈ ਕਿੱਡੀ ਵੱਡੀ ਵਿਅਕਤੀ ਹੋਏ, ਉਹ ਪੂਰਾ ਨਹੀਂ ਹੈ। ਹਮ ਊਰੇ ਤੁਮ ਪੂਰੇ। ਇਸ ਕਰਕੇ ਇਕੁਏਸ਼ਨਾਂ ਬਣ ਰਹੀਆਂ ਵੀ ਅਸੀਂ ਕਿਹਨੂੰ ਭੇਟਣਾ ਹੈ, ਕਿਸੇ ਅਧੂਰੇ ਬੰਦੇ ਨੂੰ ਨਹੀਂ, ਨਾ ਅਧੂਰੀ ਚੀਜ਼ ਨੂੰ। ਜਾਂ ਕੈ ਗ੍ਰਹਿ ਹੈ ਸਭ ਕਿਛ ਹੈ ਪੂਰਨ। ਜੇ ਭੇਟਿਆ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਯੁੱਗ ਪੁਰਸ਼ ਨੇ ਅਕਾਲ ਉਸਤਤ 'ਚ ਭੇਟਿਆ ਹੈ। ਜਾਓ ਕੱਢ ਕੇ ਦੱਸ ਦਿਓ ਅਕਾਲ ਉਸਤਤ। ਅਸੀਂ ਤਦ ਹੀ ਉਹ ਰਿਕਮੈਂਡ ਕਰ ਰਹੇ ਹਾਂ ਬਾਣੀ ਦਸਮ ਪਾਤਸ਼ਾਹ ਦੀ, ਉਹ ਗਾਂ ਲਿਆਵਾਂਗੇ ਵੀ ਕਿਆ ਕਮਾਲ ਦੀ ਆਪਣੇ ਉਹਨਾਂ ਨੇ ਘਰ ਦੇ ਵਿੱਚ ਜਿਨ੍ਹਾਂ ਦਾ ਉਹ ਇਕਲੌਤੇ ਸਾਹਿਬਜ਼ਾਦੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸਾਰਾ ਉਹਨਾਂ ਨੇ ਕਿੰਨੀ ਕੁ ਬਾਣੀ ਸਟੱਡੀ ਕਰਕੇ ਨਿਚੋੜ ਕੱਢਿਆ ਅਕਾਲ ਉਸਤਤ 'ਚ। ਕਿਸੇ ਸੰਤ, ਕਿਸੇ ਗੁਰੂ, ਕਿਸੇ ਦਾ ਨਾਂ ਨਹੀਂ ਹੈ। ਅਕਾਲ ਹੀ ਅਕਾਲ ਹੈ, ਰੱਬ ਹੀ ਰੱਬ ਹੈ। ਔਰ ਉਹ ਆ ਸ਼ਬਦ ਕਹਿ ਰਹੇ ਨੇ, ਜਾਂ ਕੈ ਗ੍ਰਹਿ ਹੈ ਸਭ ਕਿਛ ਹੈ ਪੂਰਨ। ਇੱਥੇ ਪਤਾ ਨਹੀਂ ਕਿਹਨਾਂ ਪਾਣੀਆਂ ਨੂੰ ਭੇਟਿਆ ਜਾ ਰਿਹਾ ਸਾਰਾ, ਕਿੰਨੀਆਂ ਕੋਈ ਅੰਤ ਨਹੀਂ ਹੈ, ਪਰ ਭੋਲੇ ਪਾ। ਇਸੇ ਕਰਕੇ ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਦੂਜਾ। ਇਹ ਗਿਆਨ ਐਡਾ ਦਿੱਤਾ ਹੀ ਸਿੱਖ ਕੌਮ ਨੂੰ ਤਦੇ ਹੈ। ਸਾਰੀ ਦੁਨੀਆ ਦਾ ਭਲਾ ਹੋਣਾ। ਸਾਰੀ ਦੁਨੀਆ ਵੀ ਹਰ ਮਜ਼ਹਬ ਕਿਸੇ ਨਾ ਕਿਸੇ ਚੀਜ਼ ਨੂੰ ਭੇਟ ਰਿਹਾ, ਪਰ ਅੱਲਾਹ ਤਾਲਾ ਨੂੰ ਵਿਰਲੇ ਫਕੀਰ ਭੇਟ ਰਹੇ ਨੇ। ਇਸ ਕਰਕੇ ਲਾ ਇਲਾਹਾ ਇਲੱਲਾ ਇਹ ਆ ਅਸਲ ਵੀ ਉਹ ਇਕੱਲਾ ਹੀ ਇਕੱਲਾ ਹੈ, ਨਾ ਉਹਦਾ ਕੋਈ ਸ਼ਰੀਕ ਹੈ। ਲਾ ਇਲਾਹਾ ਇਲੱਲਾ ਇਹ ਉਹਨਾਂ ਦਾ ਕਲਮਾ ਹੈ। ਪਰ ਨਾਲ ਮੁਹੰਮਦ ਰਸੂਲੁल्लाह, ਉਹ ਰਸੂਲ ਹੈ, ਪੈਗੰਬਰ ਹੈ, ਪੈਗਾਮ ਲਿਆਉਣ ਵਾਲਾ ਹੈ। ਲੇਕਿਨ ਇਹਨਾਂ ਦਾ ਭੋਲੇ ਪਾ ਸਾਰੇ ਮੁਸਲਮਾਨ ਲਫ਼ਜ਼ ਦੇ ਕਰਨੇ ਉਹਨੂੰ ਯਾਦ ਕਰ ਰਹੇ ਨੇ। ਹਜ਼ਰਤ ਮੁਹੰਮਦ ਸਾਹਿਬ ਦੀਆਂ ਕਵਾਲੀਆਂ, ਯਾ ਮੁਹੰਮਦ ਯਾ ਸਾਰਾ ਉਹ ਠੀਕ। ਸਾਡਾ ਗਿਆਨ ਇਹ ਨਹੀਂ ਕਹਿੰਦਾ ਵੀ ਕਿਸੇ ਗੁਰੂ ਨੂੰ ਯਾਦ ਕਰੋ ਜਾਂ ਕਿਸੇ ਨੂੰ। ਐਸਾ ਨਿਰੋਲ ਇੱਕ ਦੀ ਪੂਜਾ ਹੈ। ਉਹ ਮਾਰ ਕਹਿੰਦਾ ਉਸ ਨੂੰ ਭੇਟੋ। ਜਾਂ ਕੈ ਗ੍ਰਹਿ ਹੈ ਸਭ ਕਿਛ ਹੈ ਪੂਰਨ। ਜਾਂ ਕੈ ਗ੍ਰਹਿ। ਸਤਿਕਾਰ ਨਾਲ ਪਿਆਰ ਉੱਠਦਾ ਹੈ ਅੰਦਰੋਂ ਗੁਰੂ ਨਾਨਕ ਦਾ, ਔਰ ਅਸੀਂ ਉਹਨੂੰ ਸਭ ਕੁਛ ਬਣਾ ਕੇ ਧੰਨ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤੂੰ ਹੀ ਪਿਆਰ ਸਤਿਕਾਰ ਨਾਲ ਕਰ ਰਹੇ ਆ। ਪਰ ਬਾਣੀ ਨਹੀਂ ਇਹ ਚੀਜ਼ ਮੰਨਦੀ। ਬਾਣੀ ਕਹਿੰਦੀ ਕਿਸੇ ਦਾ ਨਾਂ ਨਾ ਲਓ, ਉਸ ਨੂੰ ਭੇਟੋ। ਔਰ ਭੇਟਣਾ ਕਿਹਨੂੰ? ਇਹਦਾ ਕੌਣ ਧੰਨ ਹੈ? ਉਹੀ ਚੀਜ਼ ਧੰਨ ਹੈ ਜਿਹਦੇ ਜਾਂ ਕੈ ਗ੍ਰਹਿ ਹੈ
सब किछ है पूरन ज्ञान कै ग्रह, सब किछ है पूरन सो पेटिया निरपैत। ओह एक माया तू बचे आ, हो माया तू परे है। हर सारी जिन्ने इसे करके आसा दी वार दी पौड़ी होनी है। पै विच इंद फिरे सिर पाओ, पै विच राजा धर्म द्वार, पै मैंने माया विच, ये नहीं भी डर है। इसे करके असी सारे ज्ञानवान साथियों नूं प्यार नाले ज्ञान दियां खोजां दे रहे हैं भी भै दे दो मतलब है, एक है माया, एक है डर। जिथे माया जां डर लगे ना, सारा दोनों लफ्ज़ों च एक लफ्ज़ ला के देखो, बानी खुलती जाएगा। सो भेटिया निरपैतनी, सो भेटिया निरपैतनी। आई पहली तुख, और ਜਿਹਦੇ ਥਰੂ ਜਿਹਨੇ ਮੈਨੂੰ ਇਹ ਭੇਟਣਾ ਦੱਸਿਆ ਜਾਂ ਜਿਹਨੇ ਜੋੜਿਆ ਇਸ ਸ਼ਕਤੀ ਨਾਲ, ਉਹਦੀ ਵੀ ਦੇਹ ਹੈ ਨਹੀਂ, ਔਰ ਉਹਨੂੰ ਸੰਤ ਕਿਹਾ ਹੈ ਇੱਥੇ। ਔਰ ਉਹਦੇ ਪ੍ਰਸਾਦ ਨਾਲ ਅਸੀਂ ਲੜੀ ਛੋਈ ਹੈ ਸੰਤ ਸਾਧ ਸਤਿਗੁਰੂ ਭੇਟਣਾ। ਇਹ 'ਚ ਸਭ ਕੁਛ ਆ ਗਿਆ। ਸੰਤ ਸਾਧ ਸਤਿਗੁਰੂ ਇੱਕੋ ਗੱਲ ਹੈ, ਉਹਨਾਂ ਨੂੰ ਭੇਟਣਾ ਕੀ ਹੈ। ਇਸ ਕਰਕੇ ਜਿਹੜਾ ਸੰਤ ਹੈ ਉਹਨੇ ਉਹਦਾ ਹੀ ਗੁਰ ਪ੍ਰਸਾਦ ਹੈ, ਉਹੀ ਸਾਡਾ ਗੁਰ ਹੈ, ਉਹ ਜੋੜਨਹਾਰਾ ਹੈ। ਇਸ ਕਰਕੇ ਸੰਤ ਪ੍ਰਸਾਦੇ ਭਲੀ ਬਣੀ। ਮਹੱਲਾ ਪੰਜਵਾਂ ਕਿਸੇ ਦੇਹਧਾਰੀ ਸੰਤ ਨੂੰ ਨਹੀਂ ਯਾਦ ਕਰ ਰਿਹਾ ਇੱਥੇ। ਅਸੀਂ ਸਤਿਕਾਰ ਨਾਲ ਅਸੀਂ ਕਰੀਏ ਕੀ? 300 ਸਾਲ ਦੀਆਂ ਐਸੀਆਂ ਕਹਾਣੀਆਂ ਬਣੀਆਂ, ਐਸੇ ਕਰੈਕਟਰ। ਬਾਬਾ ਬੁੱਢਾ ਜੀ ਹੋਣਗੇ, ਠੀਕ ਹੈ, ਮੰਨਦੇ ਹੋ ਸਾਰਾ, ਲੇਕਿਨ ਉਹ ਕਿਸੇ ਬਾਣੀ 'ਚ ਨਾਂ ਨਹੀਂ ਆਉਣਾ ਚੀਜ਼ਾਂ ਦਾ। ਕਹਾਣੀਆਂ ਸਤਿਕਾਰ ਪਿਆਰ ਵਾਲਿਆਂ ਨੇ ਬਣਾਈਆਂ ਸਾਰੀਆਂ, ਲੇਕਿਨ ਇਹੋ ਹੀ 300 ਸਾਲ ਤੋਂ ਸਾਨੂੰ ਗਿਆਨ ਨਹੀਂ ਸਮਝਣ ਦੇ ਰਹੀਆਂ। ਇੱਥੇ ਸੰਤ ਪ੍ਰਸਾਦੇ ਆ ਕਿ ਕਿਸ ਨੇ ਦੇਣੀ? ਗੌੜੀ ਸੁਖਮਨੀ ਦਾ ਸੰਤ ਤਦੇ ਸਮਝ ਆਏਗਾ ਜੇ ਆਹ ਲੜੀ ਦੇ ਸਾਰੇ ਸ਼ਬਦ ਬਾਣੀ ਨਾਲ ਸੁਣ ਕੇ ਅੰਦਰ ਇੱਕ ਥੰਮ ਰੂਲ ਬਣਾਓ ਵੀ ਅਸੀਂ ਕਿਸੇ ਦੇਹ ਨੂੰ ਨਹੀਂ ਭੇਟਣਾ, ਇਨਸਾਨ ਨੂੰ ਨਹੀਂ ਭੇਟਣਾ। ਸਾਰਾ ਗਿਆਨ ਨਹੀਂ ਮੰਨਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸੰਤ ਪ੍ਰਸਾਦੇ ਭਲੀ ਬਣੀ। ਉਹ ਜਿਹੜਾ ਸੰਤ ਹੈ ਉਹੀ ਸਤਿਗੁਰੂ ਹੈ। ਸੰਤ ਪ੍ਰਸਾਦੇ ਭਲੀ ਬਣੀ, ਸੰਤ ਪ੍ਰਸਾਦੇ। ਇਸੇ ਕਰਕੇ ਸੰਤ ਨਵੀਂ ਜਾਂ ਜਿੰਨਾ ਵੀ ਸੰਤ ਸਮਾਜ ਆ ਸਾਰਾ ਕਹਿੰਦੇ ਦੇਖੋ ਸੰਤ ਦੇ ਪ੍ਰਸਾਦ ਦੀ ਤੇ ਲੋੜ ਹੈ। ਸੰਤ ਪ੍ਰਸਾਦੇ ਭਲੀ ਬਾਣੀ। ਲੇਕਿਨ ਅਸੀਂ ਇਹ ਨਹੀਂ ਦੇਖਦੇ ਵੀ ਅਗਲੀ ਤੁਕ ਕੀ ਕਹਿੰਦੀ ਹੈ। ਜਾਂ ਕੈ ਗ੍ਰਹਿ, ਉਹ ਜੋੜਨ ਵਾਲਾ, ਪ੍ਰਸਾਦ ਦੇਣ ਵਾਲਾ, ਜੋੜਨ ਵਾਲਾ। ਇਸ ਕਰਕੇ ਉਹ ਉਹਦੇ ਨਾਲ ਜੋੜਦਾ ਜਿਹੜਾ ਕਿ ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ, ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ। ਆ ਜਿਹੜੀ ਡੀ ਰੇਲ ਹੋਈ ਹੈ ਸਾਰੀ ਸਿੱਖੀ, ਭੋਲੇ ਭਾ ਇਹ ਸ਼ਬਦ ਬਚਾਉਣਗੇ। ਜਿਉਂ ਜਿਉਂ ਇਹ ਗਿਆਨ ਗਾਂ ਜਾਏਗਾ, ਜਿਉਂ ਜਿਉਂ ਇਹ ਮੈਸੇਜ ਸ਼ਬਦਾਂ ਦੇ ਸਾਰੇ ਬਚਣਗੇ। ਔਰ ਗੁਰੂ ਕਾਲ ਵੇਲੇ ਵਰਗੀ ਸਿੱਖੀ ਜਦੋਂ ਦੀ ਸ਼ਬਦ ਸੀ, ਕਿਉਂਕਿ ਸ਼ਬਦ ਮਹਾਰਾਜ ਨੇ ਲੁਕੋ ਕੇ ਸੰਗਤ ਤੋਂ ਨਹੀਂ ਸੀ ਰੱਖੇ। ਇਹੋ ਸ਼ਬਦ ਹੀ ਇੱਕੋ ਇੱਕ ਸਥਾਨ ਜਿਹੜਾ ਉੱਥੇ ਮੰਜੀ ਸਾਹਿਬ ਅਸਥਾਨ ਆ, ਉੱਥੇ ਗੁਰੂ ਘਰਾਂ ਦਾ ਗੁਰੂ ਮਹਾਰਾਜ ਦੇ ਸਾਰੇ ਘਰ ਹੁੰਦੇ ਸੀ। ਉਸ ਥਾਂ ਬੈਠ ਕੇ ਬਾਣੀ ਸਮਝਾਉਂਦੇ ਸੀ, ਸਿੱਖਾਂ ਨਾਲ ਸਾਂਝ ਕਰਦੇ ਸੀ। ਅਸੀਂ ਵੰਨਗੀਆਂ ਦੇ ਹੀ ਜਾਂਦੇ ਹਾਂ ਗੁਰੂ ਰਾਮਦਾਸ ਸਾਹਿਬ ਦੇ ਸ਼ਬਦ ਦੀ, ਜਿਹੜੀ ਸੰਬੋਧਨ ਕਰਕੇ ਸਿੱਖਾਂ ਨੂੰ ਲਿਖੀ ਹੈ ਵੀ ਜਿੱਦਾਂ ਵਿੱਚ ਬੈਠ ਕੇ ਸਿੱਖਾਂ ਨੂੰ ਸਮਝਾ ਰਹੇ ਹੈ। ਸਤਿਗੁਰ ਕੀ ਬਾਣੀ ਮੇਰੀ ਬਾਣੀ ਨਹੀਂ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਤਿਗੁਰ ਕੀ ਬਾਣੀ ਸਤ ਘਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਕਿੱਡੀ ਵੱਡੀ ਤੁਕ ਹੈ ਵੀ ਗੁਰੂ ਮਹਾਰਾਜ ਦੀ ਉਸ ਵੇਲੇ ਹਿਸਟਰੀ ਪਤਾ ਲੱਗਦੀ ਸਹੀ ਵੀ ਉਹ ਕਿਸ ਤਰ੍ਹਾਂ ਬੈਠ ਕੇ ਅਤੇ ਸ਼ਬਦ ਜਿਹੜਾ ਆਉਂਦਾ ਸੀ ਸਿੱਖਾਂ ਨਾਲ ਪਿਆਰ ਕੇ, ਔਰ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਕੋਈ ਹੋਰ ਚੀਜ਼ ਉਹ ਭੇਟ ਸਕਦੇ ਸੀ। ਕਿਉਂਕਿ ਸਤਿਗੁਰੂ ਕੀ ਬਾਣੀ
ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹਨਾਂ ਦੇ ਉਹ ਸਾਂਝ ਕਰਦੇ ਸੀ ਸੰਗਤ ਨਾਲ, ਅਤੇ ਇਸ ਕਰਕੇ ਉਸੇ ਦੀ ਚਾਲ 'ਚ ਆ ਸ਼ਬਦ ਹੈ ਵੀ ਅਸੀਂ ਉਹ ਚੀਜ਼ ਭੇਟਣੀ ਹੈ ਜਿਹਦੀ ਕਿ ਦੇਹ ਨਹੀਂ ਹੈ। ਸੋ ਭੇਟਿਆ ਨਿਰਭੈ ਧਨੀ, ਸੋ ਭੇਟਿਆ ਨਿਰਭੈ ਧਨੀ, ਸੰਤ ਪ੍ਰਸਾਦੇ। ਅਸੀਂ ਛੇਤੀ ਨਾਲ ਸੰਤ ਪ੍ਰਸਾਦ ਕਹਿ ਦਈਦਾ, ਦੱਦੀ ਦੀ ਸਿਆਰੀ ਬੁਲਾਉਣੀ ਚਾਹੀਦੀ ਹੈ। ਪਹਿਲਾ ਹੀ ਜਿਹੜਾ ਸਰੂਪ ਹੈ ਸਤਿਗੁਰੂ ਸਾਹਿਬ ਦਾ, ਉਹਦੇ 'ਚ ਹੀ ਹੈ ਗੁਰ ਪ੍ਰਸਾਦੇ। ਫਿਰ ਦੋ ਡੰਡੀਆਂ ਹੈ, ਇਸ ਕਰਕੇ ਪ੍ਰਸਾਦੇ ਹੈ। ਪ੍ਰਸਾਦ ਦੇ ਨਾਲ ਅਰਥਾਂ ਦੇ ਅਨਰਥ ਹੋ ਜਾਣਗੇ ਦੱਦੇ ਦੀ ਸਿਹਾਰੀ ਨਾ ਬੁਲਾਈ ਤੇ। ਸੰਤ ਪ੍ਰਸਾਦੇ ਨਾਲੇ ਉਸ ਰਾਗ ਦਾ ਘਰ ਨਹੀਂ ਫਿੱਟ ਆਏਗਾ। ਸੰਤ ਪ੍ਰਸਾਦੇ ਭਲੀ ਬਾਣੀ, ਸੰਤ ਪ੍ਰਸਾਦੇ ਭਲੀ ਬਾਣੀ। ਔਰ ਇਹ ਜਿਹੜਾ ਰਹਾਉ ਦੀਆਂ ਤੋਕਾਂ, ਇਹ 'ਚ ਪਹਿਲੀਆਂ ਤੋਕਾਂ ਨਾਲ ਆਣ ਕੇ ਸਮਾਉਣਾ, ਔਰ ਇੱਥੋਂ ਮਹਾਰਾਜ ਸ਼ਬਦ ਸ਼ੁਰੂ ਕਰਦੇ, ਔਰ ਅਖੀਰ 'ਤੇ ਆਣ ਕੇ ਰਹਾਉ ਡੜਿਆ ਕੇ ਮੂੰਹੋਂ ਨਿਕਲੇਗਾ ਵੀ ਇਹ ਸਾਰੀ ਚੀਜ਼ ਕਾਹਦੇ ਨਾਲ ਹੋਈ। ਕਿਹੜੀ ਕਿਹੜੀ ਚੀਜ਼? ਮਨ ਤ੍ਰਿਪਤਾਨ, ਮਨ ਤ੍ਰਿਪਤਾਨ। ਇਹ ਸਭ ਤੋਂ ਉੱਚੀ ਸਟੇਜ ਹੈ। ਜੇ ਮਨ 'ਚ ਸੈਟਿਸਫਾਈਡ, ਮਨ ਨੂੰ ਸੰਤੋਖ ਆ ਜਾਣਾ, ਮਨ ਨਾ ਬਾਹਰ ਪਾਉਣੇ ਕਿਸੇ ਚੀਜ਼, ਮਨ ਦਾ ਟਿਕਾਅ ਆ ਜਾਣਾ, ਔਰ ਇਹਦੇ ਜੰਜਾਲ ਜਿਹੜੇ ਇਹਨੂੰ ਪਏ ਸੀ ਸਾਰੀ ਮਾਇਆ ਦੇ ਉਹ ਪਰਾਂ ਹੋ ਗਏ। ਮਨ ਤ੍ਰਿਪਤਾਨ ਮਿਟੇ ਜੰਜਾਲ, ਮਨ ਤ੍ਰਿਪਤਾਨ। ਆਪਣੇ ਆਪ ਨਹੀਂ ਸੈਲਫ ਕੰਟਰੋਲ ਕੋਈ ਬੰਦਾ ਕਰ ਸਕਦਾ। ਲੱਖਾਂ ਕਿਤਾਬਾਂ ਨਿਕਲ ਜਾਣ ਸੈਲਫ ਕੰਟਰੋਲ ਤੇ ਮਨ ਕੰਟਰੋਲ ਕਰਨ ਲਈ। ਅਗਲੀ ਤੁਕ ਦੀ ਕਲਾ ਵਰਤੇਗੀ, ਉਹਦੀ ਝੋਲੀ 'ਚ ਪੈਣਾ। ਜਿਹਨੇ ਸਭ ਕੁਛ ਕੀਤਾ ਉਹ ਕੌਣ ਸੀ? ਪ੍ਰਭ ਆਪਣਾ ਹੋਇਆ ਕਿਰਪਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਕੁਟੰਬ ਪਰਾਇਆ, ਸਭ ਦੁਨੀਆ ਪਰਾਈ, ਸਭ ਕੁਛ ਆਪਣਾ ਨਹੀਂ ਹੈ ਸਾਡਾ ਕੋਈ। ਆਪਣਾ ਕੌਣ ਹੈ? ਪ੍ਰਭ ਆਪਣਾ ਹੋਇਆ ਕਿਰਪਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਉਹੀ ਪ੍ਰਭ ਦਾ ਜਿਹੜਾ ਲੈਫਟੀਨੈਂਟ ਸਰੂਪ ਹੈ ਉਹ ਹੈ ਸਤਿਗੁਰੂ। ਸੰਤ ਪ੍ਰਸਾਦੇ ਭਲੀ ਬਾਣੀ, ਸੰਤ ਪ੍ਰਸਾਦੇ ਭਲੀ ਬਾਣੀ। ਰਹਾਉ ਚੁਤਲੀਆਂ ਤੁਕਾਂ ਸਮਾਉਣ ਲੱਗੀਆਂ। ਸੰਤ ਪ੍ਰਸਾਦੇ ਭਲੀ ਬਾਣੀ, ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ, ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ। ਸੋ ਭੇਟਿਆ ਨਿਰਭੈ ਧਨੀ, ਸੋ ਭੇਟਿਆ ਨਿਰਭੈ ਧਨੀ। ਇੱਥੇ ਰਹਾਉ ਲਾਇਆ, ਔਰ ਰਹਾਉ ਤੋਂ ਬਾਅਦ ਪਹਿਲੀ ਸਟੇਜ ਆਈ ਵੀ ਉਹ ਜਿਹੜਾ ਅੰਦਰ ਸਾਧ ਸੰਤ ਅਤੇ ਸਤਿਗੁਰੂ ਆਇਆ, ਉਹਨੇ ਹੀ ਮੈਨੂੰ ਨਾਮ ਦਰੜਾਇਆ। ਪਹਿਲਾਂ ਬਾਹਰ ਅਸੀਂ 9 ਜਿਹੜੇ ਸਾਰੇ ਸਾਨੂੰ ਕਹਿੰਦੇ ਨੇ ਜੀ ਗੁਰੂ, ਫਿਰ ਗੁਰੂਆਂ ਦੇ ਆਉਣ ਦੀ ਦੇਹਾਂ ਦੀ ਕੀ ਲੋੜ ਸੀ? ਜਾਂ 9 ਗੁਰੂ ਸਾਡੇ ਆਏ, ਉਹ ਦੇਹ 'ਚ ਆਏ, ਉਹਨਾਂ ਦੀ ਕੀ ਲੋੜ ਸੀ? ਹਾਂ, ਲੋੜ ਸੀ, ਕਿਉਂਕਿ ਦੇਹ ਹੀ ਗੁਰਮੰਤਰ ਦੇ ਸਕਦੀ ਹੈ, ਦੇਹੀ ਹੀ ਦੀਖਿਤ ਕਰ ਸਕਦੀ ਹੈ, ਔਰ ਦੇਹੀ ਦੇ ਵਿੱਚੋਂ ਹੀ ਗਿਆਨ ਨਿਕਲਦਾ ਹੈ ਦੀਖਿਤ ਸਿੱਖ ਲਈ। ਇਸ ਕਰਕੇ ਜਿਹੜੀਆਂ 9 ਦੇਹਾਂ ਆਈਆਂ, 10 ਦੇਹਾਂ, 10ਵੇਂ ਪਾਤਸ਼ਾਹ ਨੂੰ ਵੀ ਸ਼ਬਦ ਆਏ। ਜਿਹੜੇ 10 ਪਾਤਸ਼ਾਹ 10 ਦੇਹੀਆਂ ਸਾਡੀਆਂ ਆਈਆਂ, ਗੁਰੂ ਜੋਤੀਆਂ ਸੀ। ਇਹਨਾਂ ਦੀ ਲੋੜ ਸੀ, ਕਿਉਂਕਿ ਇਹਨਾਂ ਦੇ ਰਾਹੀਂ ਗੁਰਮੰਤਰ ਲਿਆ ਸਿੱਖਣਾ, ਉਹ ਨਾਮ ਨਹੀਂ ਲਿਆ ਹਾਲੇ। ਇਸ ਕਰਕੇ ਬਾਹਰ ਜੋ ਦੇਹੀ ਦਿੰਦੀ ਹੈ ਉਹ ਸ਼ਬਦ, ਬਚਨ,
कोई 23 ਦੇ ਨਾਮ ਸ਼ਬਦ ਹੈ ਇਹਦੇ ਵਿੱਚ ਆਏ ਸਾਡੇ ਗਿਆਨ ਗੁਰਮੰਤਰ ਦੀਖਿਆ ਬਚਨ ਕਈ ਉਹ ਤੁਹਾਨੂੰ ਕੁਛ ਜਪਣ ਲਈ ਚੀਜ਼ ਦੇਗਾ ਸ਼ਬਦ ਜਿਹਨੂੰ ਕਹਿੰਦੇ ਗੁਰਮੰਤਰ ਉਹ ਸ਼ਬਦ ਦੇਣ ਆਏ ਸੀ ਕਿਉਂਕਿ ਉਹਨਾਂ ਦੇ ਰਾਹੀਂ ਦੀਖਿਆ ਹਵਾ 'ਚੋਂ ਨਹੀਂ ਲੈ ਸਕਦੇ ਅਸੀਂ ਕਿਸੇ ਦੇ ਮੂੰਹੋਂ ਸੁਣਨੀ ਜਾਂ ਸਾਰੀ ਔਰ ਫਿਰ ਗਿਆਨ ਜਿਹੜਾ ਹੈ ਹਵਾ 'ਚੋਂ ਨਹੀਂ ਫੜ ਸਕਦੇ ਗਿਆਨ ਦੀ ਦੇਹ ਹੈ ਅੱਖਰ ਇਸ ਕਰਕੇ ਅੱਖਰ ਉਹਨਾਂ ਦੇ ਥਰੂ ਸਾਨੂੰ ਆਏ ਔਰ ਅੱਖਰ ਜਿਹੜੇ ਹੈ ਉਹ ਗਿਆਨ ਦੇ ਅੱਖਰ ਹੈ ਇਸ ਕਰਕੇ ਅੱਖਰ ਅਤੇ ਦੀਖਿਤ ਕਰਨ ਲਈ ਸਿੱਖ ਨੂੰ ਆਏ ਔਰ ਸਿੱਖ ਨਾਲ ਜਿਹੜੀ ਦੀਖਿਆ ਜਪਣੀ ਹੈ ਕਿੱਦਾਂ ਜਪਣੀ ਹੈ ਉਹੀ ਹੈ ਮਤ ਗੁਰਮਤਿ ਹਰਿ ਪ੍ਰਭ ਭਜਿਆ ਜਿਸ ਨਾਲ ਵੀ ਭਜਨ ਕੀਤਾ ਆਪਣੀ ਗੁਰੂ ਦੀ ਮੱਤ ਨਾਲ ਕੀਤਾ ਹੈ ਔਰ ਉਹ ਜਿਹੜੀ ਮੱਤ ਗੁਰਮਤਿ ਆ ਉਹ ਸਾਰੀ ਹੀ ਗੁਰਬਾਣੀ ਹੈ ਇਸ ਕਰਕੇ ਸਾਰੇ ਜਿਹੜੇ ਸ਼ਬਦ ਆ ਉਹੀ ਮੱਤ ਗੁਰਮਤਿ ਉਹਨਾਂ ਦੀ ਮੱਤ ਦੇ ਨਾਲ ਸਾਡੇ ਕੋਲ ਗਿਆਨ ਹੈ ਉਹਨਾਂ ਲਈ ਆਇਆ ਸੀ ਗੁਰਮੰਤਰ ਦੇਣ ਲਈ ਆਇਆ ਸੀ ਬਾਕੀ ਉਹ ਜਿਹੜਾ ਨਾਮ ਦ੍ਰਿੜ ਹੋਣਾ ਹੈ ਉਹ ਅੰਦਰ ਆਣ ਕੇ ਜਿਹਦੀ ਦੇਹੀ ਨਹੀਂ ਉਹ ਅੰਦਰ ਆਉਂਦਾ ਔਰ ਉਹ ਸ਼ਬਦ ਜਪ ਜਪ ਕੇ ਆਪਣੇ ਅੰਦਰ ਵੜ ਕੇ ਇਸ ਸਟੇਜ 'ਤੇ ਜਾਣ ਕੇ ਆਉਂਦਾ ਔਰ ਉਹਨੂੰ ਹੀ ਸਾਧ ਕਿਹਾ ਹੈ ਨਾਮ ਦ੍ਰਿੜਾਇਆ ਸਾਧ ਕਿਰਪਾਲ ਨਾਮ ਦ੍ਰਿੜਾਇਆ ਸਾਧ ਕਿਰਪਾਲ ਮਿਟੇ ਗਈ ਭੂਖ ਮਹਾਂ ਬਿਕਰਾਲ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਭ ਤੋਂ ਵੱਡਾ ਡਰਾਉਣੀ ਭੁੱਖ ਹੈ ਮਨ ਦੀ ਮਨ ਦੀਆਂ ਭੁੱਖਾਂ ਨਹੀਂ ਲੱਥਦੀਆਂ ਹਰ ਚੀਜ਼ ਦਾ ਇਹਨੂੰ ਭੁੱਖ ਹੈ ਜਿਹੜੇ ਪੰਜੇ ਪਹਿਲਾ ਹੀ ਦੁਸ਼ਮਣ ਸਾਡਾ ਕਾਮ ਉਹਦੀ ਭੁੱਖ ਹੈ ਰੂਪ ਦੀ ਭੁੱਖ ਹੈ ਤ੍ਰਿਸ਼ਨਾ ਅੱਗ ਇਹ ਅੰਦਰ ਕੀ ਹੈ ਇਹ ਐਸੀਆਂ ਭੁੱਖਾਂ ਹੈ ਜਿਹੜੀਆਂ ਮਨ ਦੀਆਂ ਲੱਥਦੀਆਂ ਨਹੀਂ ਹੈ ਬਲਕਿ ਜਿਹੜੀ ਅੱਗ ਬਲ ਰਹੀ ਹੈ ਉਹਦੇ 'ਚ ਮਨ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਕਾਹਦੇ ਨਾਲ ਉਹਦੇ 'ਚ ਲੱਕੜਾਂ ਹੋਰ ਪਾਉਂਦਾ ਹੈ ਉਹ ਲੱਕੜਾਂ ਨਾਲ ਨਹੀਂ ਬੁਝਦੀ ਅੱਗ ਹੋਰ ਭਖਦੀ ਹੈ ਇਸ ਕਰਕੇ ਮਨ ਦੀਆਂ ਭੁੱਖਾਂ ਜਿਹੜੀਆਂ ਜੂੰ ਹੋਰ ਵਧਾਵਾਂਗੇ ਹੋਰ ਵੱਧਦੀਆਂ ਜਾਣਗੀਆਂ ਉਹ ਜਿਸ ਵੇਲੇ ਭੁੱਖ ਲੱਥਦੀ ਹੈ ਬੰਦੇ ਦੀ ਤੋ ਇਸ ਵੇਲੇ ਜਦੋਂ ਸਾਧ ਕਿਰਪਾਲ ਸਤਿਗੁਰੂ ਅੰਦਰ ਆਉਂਦਾ ਨਾਮ ਦਰੜਾਉਂਦਾ ਪੱਕਾ ਕਰਦਾ ਹੈ ਵੀ ਬਸ ਇੱਕੋ ਹੀ ਨਾਮ 'ਤੇ ਫੇਥ ਹੋ ਜਾਂਦਾ ਹੈ ਇਹਨੂੰ ਦਰੜਾਉਣ ਨੂੰ ਕਹਿੰਦਾ ਹੈ ਈਮਾਨ ਆਉਣਾ ਉਰਦੂ 'ਚ ਉਸ ਬੰਦੇ ਵਿਆਸੀ ਨੂੰ ਈਮਾਨ ਆ ਜਾਂਦਾ ਫੇਥ ਆ ਜਾਂਦਾ ਵੀ ਆਹ ਹੀ ਕੰਮ ਕਰਨ ਵਾਲਾ ਔਰ ਇਹਦੇ ਨਾਲ ਹੀ ਸਭ ਕੁਛ ਹੋਣਾ ਤੋ ਨਾਮ ਦਰੜਾਇਆ ਸਾਧ ਕਿਰਪਾਲ ਔਰ ਮਿਟ ਗਈ ਭੂਖ ਮਹਾਂ ਡਰਾਉਣੀ ਬਿਕਰਾਲ ਕਹਿੰਦੇ ਡਰਾਉਣੀ ਨੂੰ ਨਾਮ ਦਰੜਾਇਆ ਹੁਣ ਇਹ ਬਾਹਰਲੀ ਬੌਡੀ ਸਾਧ ਦੀ ਕੰਮ ਨਹੀਂ ਕਰ ਸਕਦੀ ਨਾਮ ਦਰੜਾਇਆ ਸਾਧ ਕਿਰਪਾ ਨਾ ਹੀ ਪੰਜ ਪਿਆਰੇ ਜਾਂ ਪੰਜ ਸਿੱਖ ਜਿਹੜਾ ਕਿ ਨਾਮ ਸਿਖਾਲਦੇ ਨੇ ਸਿੱਖੋ ਸ਼ਬਦ ਪਿਆਰਿਓ ਸਿਰ 'ਤੇ ਹੱਥ ਰੱਖ ਕੇ ਕਈ ਜਥਿਆਂ 'ਚ ਔਰ ਇਹੋ ਹੀ ਚੀਜ਼ ਹੈ ਉਹ ਦਰੜਾਉਂਦੇ ਨਹੀਂ ਹੈ ਉਹਨੂੰ ਦਰੜਾਉਣਾ ਨਹੀਂ ਕਹਿਣਾ ਚਾਹੀਦਾ ਦਰੜਾਉਣਾ ਬਹੁਤ ਉੱਚੀ ਸਪਿਰਿਚੁਅਲ ਸਟੇਜ ਹੈ ਉਹ ਪੰਜ ਸਿੱਖ ਉਹਨਾਂ ਦੇ ਅੰਦਰ ਸਿੱਖਾਂ ਅੰਦਰ ਸਤਿਗੁਰੂ ਵਰਤੇ ਚੁਣ ਕੱਢੇ ਲੱਧੋਂ ਵਾਰੇ ਉਹਨਾਂ ਦੇ ਅੰਦਰ ਉਹ ਸਤਿਗੁਰੂ ਜੋਤ ਵਰਤ ਕੇ ਪੰਜਾਂ ਦੇ ਵਿੱਚ ਉਹ ਉਹਨਾਂ ਨੂੰ ਨਾਮ ਸਿਖਾਲਦੇ ਨੇ ਸਭ ਕਿੱਦਾਂ ਜਪਣਾ ਅਰਧਾ ਉਰਦੀ ਬਿਆਜ ਜਿੱਦਾਂ ਬਾਣੀ 'ਚ ਲਿਖਿਆ ਦਰੜਾਉਣਾ ਨਹੀਂ ਉਹਨੂੰ ਕਹਿਣਾ ਚਾਹੀਦਾ ਇਸ ਕਰਕੇ ਦਰੜਾਉਣ ਦੇ ਨਾਲ ਦੇ ਫਲ ਦੇਖੋ ਕਿੰਨੇ ਹੈ ਉਹ ਅੰਦਰ ਦ੍ਰਿੜ ਹੁੰਦਾ ਹੈ ਨਾਮ ਔਰ ਬਾਹਰ ਸ਼ਬਦ ਮਿਲਦਾ ਹੈ ਸਾਨੂੰ ਜਪਣ ਨੂੰ ਨਾਮ ਦਰੜਾਇਆ ਸਾਧ ਕਿਰਪਾਲ ਮਿਟੇ ਗਈ ਭੂਖ ਮਹਾਂ ਬਿਖਰਾਲ ਮਿਟੇ ਗਈ ਭੂਖ ਮਹਾਂ ਬਿਕਰਾਲ ਆਗੇ ਅਗਲਾ ਲਫ਼ਜ਼ ਠਾਕੁਰੇ ਆਪਣਾ ਉਹਨਾਂ ਦਾ ਹੋਰ ਠਾਕਰ ਹੈ ਪੱਥਰ ਦਾ ਜਾਂ ਹੋਰ ਚੀਜ਼ ਪਰ ਸਾਡਾ ਠਾਕਰ ਹੈ ਉਹਦੀ ਦੇਹ ਨਹੀਂ ਹੈ ਠਾਕੁਰੇ ਆਪਣੇ ਕੀਨੀ ਦਾਤੇ ਠਾਕੁਰੇ ਆਪਣੇ ਕੀਨੀ ਦਾਤੇ
जल ने भुजी मने होई शांत। जिन्ने भावें लख देहां च साध संत भेटते रहो, गुरु बना के भेटते रहो, आ चीज़ां नहीं होणगीਆਂ। भेटण ਨੂੰ ਸਪੈਸੀਫਾਈ ਕਰ ਰਹੇ ਹਾਂ ਅਸੀਂ, ਤਾਂ ਕਿ ਅਸੀਂ ਬਾਣੀ ਦੇ ਵਿੱਚ ਸਹੀ ਪਟੜੀ ਤੇ ਚੜ੍ਹ ਕੇ ਉਹਦੇ ਫਾਇਦੇ ਸਮਝੀਏ ਔਰ ਉਸ ਤੱਕ ਪਹੁੰਚਣ ਲਈ ਹਮਲਾ ਮਾਰੀਏ, ਅਭਿਆਸ ਹੋਰ ਕਰੀਏ ਵੀ ਸਾਡੀ ਹਾਲੀ ਕੁਛ ਨਹੀਂ ਸਮ ਰਿਹਾ। ਇਸ ਕਰਕੇ ਉਸ ਵਜੂਦ ਨੂੰ ਜੂੰ ਜੂੰ ਅੰਦਰ ਭੇਟਾਂਗੇ, ਆਹ ਫਾਇਦੇ ਮਿਲਣਗੇ। ਠਾਕੁਰੇ ਆਪਣੇ ਕੀਨੀ ਦਾਤੇ, जल ने भुजी मने होई शांते। जल ने भुजी मने होई शांते। मिटे गई पाल मन सहजे समाना। मिटे गई पाल मन सहजे समाना। नानक पाया, देखो की चीज़ पाया, और इसे चीज़ नूं मंग रहा वै हो महला। तेरा कीता जातो नाही, मैनू जो कितोई, मैं निर्गुण आरे को गुणाई। आपे तरस प्योई, तरस पिया मैं रहमत होई। सतगुर सज्जन मिलिया, नानक नाम मिले तां जीवां। तन मन थीवे हरिया, मुक्ति नहीं मंगनी, असी कुछ नहीं मनना। सब तू वड्डी चीज़ मंग लई, जे हाथी दे पैर च सब दा पैर। इस करके इक्को चीज़ मंगण वाली है, वो मंग रहे अखीर ते। मिटे गई भाल मन सहजे समाना। सहज अवस्था विच भी जाके भिखारी बनिया रहिंदा वैसी, मंगता बनिया रहिंदा है। मिटे गई भाल मन सहजे समाना। नानक पाया नाम खजाना। नानक पाया नाम खजाना। सो पे आ खजाना रहा दे दुआले तुण। धनी लोगों को की हुंदा है? धनी लोगों को रुपइया पैसों का खजाना हुंदा। तुम्हारे कहना मैं ऐसा निरपै ऐसा नाम खजाना पाया। किनू? सो भेटिया निरपै धनी। सो भेटिया निरपै धनी। निरपै धनी। आओ अगला शब्द फिर दर्शन करिए। पन्ना है 318 और श्लोक है महले पंजवें का फिर आया। ये ऐसे श्लोक सी जो गुरुआं नूं पता नहीं ऐ लगता जिद्दां डायरियां रखियां हुंदियां सी। अकाल पुरख वल्लों कोई ज्ञान आया और फिर श्लोक आउंदे सी। किसी ना श्लोक इंडिपेंडेंट है, किसी ना इहदा भाव अर्थ किसी चीज़ ना नहीं। इहदा अपनियां हर लाइन दे विच भाव लेथू पेथू है, श्लोक है। ऐसा ज्ञान है जिन्हां दी अखीर ते पोथी बन्हनी पई। इन्हां नूं कुछ श्लोक वारां नाल लाते, बाकी वारां ते वधीक श्लोक। इस करके वो जिहड़ा श्लोक है वो महाराज महला पंजवां दे रहा। और उहदे ते असीं ਉਹ ਦੇਖਦੇ ਨੇ, ਕਹਿੰਦੇ ਮੇਰਾ ਤਾਂ ਜਨਮ ਮਰਨ ਦਾ ਦੁੱਖ ਕੱਟਿਆ ਗਿਆ, ਮੈਂ ਮੁੜ ਕੇ ਜਨਮਾ ਮਰਨਾ ਨਹੀਂ। ਜਦੋਂ ਮੈਂ ਆਹ ਚੀਜ਼ ਭੇਟੀ ਉਹ ਹੈ ਜਨਮ ਮਰਨ ਦੁੱਖ ਕੱਟਿਆ। ਜਨਮ ਮਰਨ ਦੁੱਖ ਕੱਟਿਆ। ਜਨਮ ਮਰਨ ਦੁੱਖ ਕੱਟਿਆ। हर भेटिया पुरख सुजान। कोई दे नहीं, कोई इंसान नहीं, कोई गुरु नहीं। जन्म मरण दुख कटिया। जन्म मरण दुख कटिया। और रब नूं भेटिया।
हर भेटिया पुरख सुजान। हर दा भेटना, सतगुर दा भेटना, संत दा भेटना, साध दा भेटना, महापुरख दा भेटना, ब्रह्म ਗਿਆਨੀ ਦਾ भेटना, ये सारे लफ्ज़ अजकल दे बाबे अपने आप ते वरा रहे हैं, आप ही रब बने भोले। उन्होंने पता नहीं है साडा ज्ञान कहता की है। इस करके ये ऐसा सिੱਖੀ 'ਚ मोड़ आए गए ना शब्दों के नाल, भाई सारिਆਂ ਦਾ ਭਲਾ हो जाऊ। गरीब बन के वो रब नूं भेटो, वो सतगुरु नूं भेटो, वो ही संत साध सारी बाणी 'ਚ है। पर अज सेदा कदी सिੱਖੀ ना ऐस तरीके ना बाणी नूं समझा के संगतां दा भला नहीं हो सकिया, क्योंकि किसी ने बाणी ते मेहनत नहीं की। 300 साल दियां साडे कोल कहानीबाजी चल रही है। भला होए ना टीकाकारां दा, प्रोफैसरां दा, सारिਆਂ ने कम से कम उन्होंने कहानियां तो नहीं पाईयां। अपनी सारी जिंदगी लाती बाणी दी अर्थां ने सारिਆਂ ਨੂੰ। उन्होंने नाम दा जे नहीं पता तो असीं उन्हां दे गुणां दी सांझ करिए। कहानीबाजी तो सानूं ये टीके बचाउंदे ने भी जिन्ना टाइम कहानियां बननियां, सुननियां, पढ़नियां, इन्हां नां परे रखो। भला जे चाहुंदे हो तो शब्दां दी खोज करो। आप जिद्दां गुरुआं नां शब्द इन्ने दिते और पिछे इन्ने हिंसे लिखे, सारा एडिट किया साढ़े लिए दिता, ताकि असी कहानीबाजी तो परे होके आ नरोल सिक्काबंद शब्दों तो लाइट लैके एक सिख कौम नूं नवीं हिस्टरी मिले भी गुरु की करते सी। इस करके महाराज ये शब्द दे रहा, मेरा तो जन्म मरण मुक गया जदों मैं उस चीज़ नूं भेटिया। जन्म मरण दुख कटिया। और सदा लिए दस दईए खखे दे अखर दुख नूं जिथे औंकड़ आ जाए, वो आम दुख नूं नहीं मानता, शरीर के दुख नूं साडा ज्ञान, वो दुख है जन्म मरण का दुख। जिथे सुख आ जाए, वो अपना सुख नहीं है, सारा सुख के खखे नूं भी औंकड़ होगी। वो सुख है आत्मक सुख, अंदरला सुख। देखते दुख सुख दे हमेशा औंकड़ हो, किते किते जिथे नहीं है उत्थे साफ लिखा दुख सुख दोनों कपड़े पहरे आए मनुख। वो साढ़े ये कपड़े है, ये एडी चीज़ नहीं है। इस करके एडा उच्चा ज्ञान है भी दुख सब तो वड्डा जन्म मरण का दुख है, माँ के पेट च आउण दा दुख है। सुख है सब तो उच्चा आत्मा के दर्शन, आत्मा वो जीवन मिल जाना सानू। इस करके सदा लिए सुखी हो जाना। बाकी दुख सुख गुरुआं नूं इन्ने आए जां सारे और डोले नहीं। सानू माड़ा जिहा दुख आ जाए सारे असीं सोचने जी मैं असीं इन्ना नाम जपदे, इन्ना असीं गुरु अल लगे, सारा इस जन्म च मैं कुछ कीता तो मैनू क्यों ये चीज़ हो रही। वो भाई को पूर्वला जन्म भी है, जे आ जन्म है पिछे भी सी तो गांह भी जाना तू। इस करके सारा अपने कर्मां दा फल है। तो इस करके बाबा नानक इस मसले नूं बड़ा सौखा समझा दिंदा अपने ते वरा के। दद्दा दोष न देऊँ किसै, दोष कर्मा अपने आ, जो मैं किया सो मैं पाया, दोष न दीजिए अवरजना। इस करके इस दुख सुख नूं असीं ये समझ के भी ये साढ़े अपने कर्मां दा फल है। इस करके ना लेकिन ये मिट भी जाते हैं नाम जपण नाल, लेकिन जे कदे आ भी पहला जाते सारे असीं पिछले मकाउणे हैं। इस करके फिलासफी बड़ी सीधी है। इस करके नाम जपण वाला डोलदा कदी नहीं है। वो दुख ते सुख अंदरला मनदा और दुख मनदा है। और सब तो वड्डा दुख माया च मन्निया गया है। माया जेवड़ दुख न कोई। बंदा इंसान बयासी अपने आप नूं माया तों बचावे। जित हर विसरे मोह उपजे भाव दूजा लाया। माया दे दुख नूं परां करना है। और साडा जन्म मरण का दुख भी सारा इस करके आ दुख है। बाकी दुखों की असीं परवाह नहीं, ना गुरुआं ना भगतां ने परवाह की इस चीज़ की। इस करके साडा जिहड़ा जन्म मरण का दुख है वो उदों भेटिया जदों मैं हार पुरख सुजान जिहड़ा सब तो ज़्यादा लायक सी पुरख मेरा, उन्होंने मैं भेटिया। जन्म मरण दुख कटिया, हरे भेटिया पुरख सुजान। जन्म मरण दुख कटिया, हर भेटिया पुरख सुजान। संत संगे सागर तरे, जन नानक सच्चा तान। आ संत संगे हो सतगुरु दे संगे। संत संगे सागर
ਤਰੇ ਸਾਗਰ ਹੈ ਮਾਇਆ ਦਾ ਸਾਗਰ ਸੰਤ ਸੰਗੇ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਜਨ ਨਾਨਕ ਸੱਚਾ ਤਾਣ ਜਨਮ ਮਰਨ ਦੁਖ ਕਟਿਆ ਹਰੇ ਭੇਟਿਆ ਪੁਰਖ ਸੁਜਾਨ। ਐਸ ਅੰਦਰਲੀ ਸਪਿਰਚੁਅਲ ਸਟੇਜ ਜਿੱਥੇ ਜਾ ਕੇ ਭੇਟਿਆ ਜਾਂਦਾ ਹੈ, ਅਸੀਂ ਕਿੱਦਾਂ ਪਹੁੰਚੀਏ। ਸ਼ਲੋਕ ਹੁਣ ਜਾਤ ਸਾਨੂੰ ਦੱਸੇਗਾ, ਅਸੀਂ ਉਹਦੀ ਹੁਣ ਪਹਿਲੀ ਲਾਈਨ ਸ਼ੁਰੂ ਕਰਨ ਲੱਗੇ ਹਾਂ। ਹਰੇ ਹਰੇ ਨਾ ਜੋ ਜਾਨੀ ਜਪੈ ਹਰੇ ਹਰੇ ਨਾਮ ਜੋ ਜਾਨੀ ਜਪੈ ਸੋ ਆਇਆ ਪਰਵਾਨ। ਮਾਨਸ ਜਨਮ ਦਾ ਆਉਣ 'ਚ ਅਸੀਂ ਇਸ ਦੁਨੀਆ ਦੇ ਆਉਣ ਦਾ ਮਤਲਬ ਸਮਝ ਗਏ ਵੀ ਸਾਡੀ ਕਿਹੜੀ ਜੋਬ ਲਈ ਅਸੀਂ ਆਏ ਹਾਂ, ਕਾਹਦੇ ਲਈ ਆਏ ਹਾਂ। ਅਸੀਂ ਐਸ ਜੋਬ ਲਈ ਆਏ ਹਾਂ। ਹਰੇ ਹਰੇ ਨਾਮ ਜੋ ਜਾਨੇ ਜਪੈ ਸੋ ਆਇਆ ਪਰਵਾਨ। ਤਿਸ ਜਨ ਕੈ ਬਲਿਹਾਰਣ ਜਿਨੇ ਭਜਿਆ ਪ੍ਰਭ ਨਿਰਵਾਣ। ਭਜਿਆ ਪ੍ਰਭ ਨਿਰਵਾਣ। ਨਿਰਵਾਣ ਕੀਰਤਨ, ਇਹ ਨਿਰਵਾਣ ਉਹ ਨਹੀਂ ਵੀ ਅਸੀਂ ਪੈਸੇ ਨਹੀਂ ਲੈਂਦੇ ਜੀ ਕੀਰਤਨ ਦੇ ਜਾਂ ਕੋਈ ਫੀਸ ਨਹੀਂ ਲੈਂਦੇ। ਨਿਰਵਾਣ ਕੀਰਤਨ ਹੈ ਉਹ ਨਿਰਵਾਣ ਮੈਨੇ ਜਿਨ੍ਹਾਂ ਨੂੰ ਪੰਜਾਂ ਦੀ ਬਾਣ ਨਹੀਂ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸਾਰਿਆਂ ਨੂੰ ਬਾਣ ਵਗੀ ਹੈ। ਇਹ ਸਭ ਤੋਂ ਵੱਡੇ ਡਿਫੈਕਟਿਵ ਚੀਜ਼ਾਂ ਨੇ। ਇਸ ਕਰਕੇ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਤੇ ਹੈ ਉਹ ਹੈ ਕਾਲਪੁਰਖ ਸਤਿਗੁਰੂ ਜਾਂ ਅਭਿਆਸੀ ਕਰਮਖੰਡ 'ਚ ਜਾ ਕੇ ਜਦੋਂ ਸਤਿਗੁਰੂ ਅੰਦਰ ਆਉਂਦਾ ਹੈ ਪੰਜੇ ਭੱਜ ਜਾਂਦੇ। ਇਸ ਕਰਕੇ ਉਸ ਵੇਲੇ ਨਿਰਵਾਣ ਪਦ ਇੱਕ ਹਰ ਕੋ ਨਾਮ। ਇਸ ਕਰਕੇ ਨਿਰਵਾਣ ਪਦ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਉਹਦਾ ਮਤਲਬ ਹੈ ਨਾ ਪੰਜਾਂ ਤੋਂ ਪਰੇ ਹੋ ਕੇ ਕੀਰਤਨ ਕਰੋ, ਉਹਦਾ ਜਸ ਗਾਓ। ਨਿਰਵਾਣ ਕੀਰਤਨ ਨਿਰਵਾਣ ਪਦ ਇੱਕ ਹਰ ਕੋ ਨਾਮ। ਨਿਰਵਾਣ ਪਦ ਨਹੀਂ ਮਿਲ ਸਕਦਾ ਜਨ ਚੁਕਰ ਤੁਸੀਂ ਆਹ ਚੀਜ਼ ਨਹੀਂ ਭਜਦੇ। ਹਰੇ ਹਰੇ ਨਾਮ ਜੋ ਜਾਨੇ ਜਪੈ ਸੋ ਆਇਆ ਪਰਵਾਨ। ਤਿਸ ਜਨ ਕੈ ਸੰਗ ਬਲਿਹਾਰੁਨ ਜਿਨੇ ਭਜਿਆ ਪ੍ਰਭ ਨਿਰਵਾਣ। ਪਹਿਲਾਂ ਤੇ ਜਪਿਆ ਫਿਰ ਕਹਿੰਦੇ ਉਹਦੇ ਤੇ ਮੈਂ ਬਲਿਹਾਰੇ ਜਾਣਾ ਜਿਹਨੇ ਪੰਜੇ ਮਗਰੋਂ ਲਾ ਕੇ ਤੇ ਫਿਰ ਰੱਬ ਨੂੰ ਜਪਿਆ ਹੈ। ਇਹ ਤਿਸ ਜਨ ਕੈ ਬਲਿਹਾਰੁਨ ਜਿਨੇ ਭਜਿਆ ਪ੍ਰਭ ਨਿਰਵਾਣ। ਛੋਟਾ ਜਿਹਾ ਸਲੋਕ ਹੈ, ਸੱਚਾਈ ਹੋਰ ਦੇਣ ਲੱਗਾ। ਕਹਿੰਦਾ ਜਿੰਨੀ ਚਿਕਰ ਤੇਰੇ ਦੁਆਲੇ ਪੰਜ ਹੈ ਉਸ ਪੁਰਖ ਨੇ ਤੇਰੇ ਅੰਦਰ ਨਹੀਂ ਆਉਣਾ। ਤੂੰ ਨਹੀਂ ਭੇਟ ਸਕਦੀ। ਭੇਟਣ ਦੀ ਅਵਸਥਾ ਨਹੀਂ ਤੇਰੇ ਤੇ। ਹੁਣ ਆਈ ਭੇਟਣ ਦੀ ਅਵਸਥਾ। ਪਹਿਲਾਂ ਨਾਮ ਜਪਿਆ, ਫਿਰ ਉਹ ਅੰਦਰੋਂ ਪੰਜ ਪਰਾਂ ਹੋਏ, ਉਹਦਾ ਭਜਨ ਕੀਤਾ, ਫਿਰ ਆ ਜਨਮ ਮਰਨ ਮੁੱਕਣ ਲੱਗਾ। ਜਨਮ ਮਰਨ ਦੁੱਖ ਕਟਿਆ। ਹੈਪ ਹੈਜ਼ਲ ਦੀ ਲਾਈਨਾਂ ਨਹੀਂ ਦਿੱਤੀਆਂ, ਅਸੀਂ ਕਈ ਵਾਰੀ ਕਹਿ ਚੁੱਕੇ ਹਾਂ। ਇੱਕ ਸ਼ਬਦ ਨੂੰ ਰਸ ਕਰਾ, ਇਹ ਸਾਰੀਆਂ ਹੀ ਚੜਾਈਆਂ ਦੱਸੀਆਂ ਵੀ ਇਸ ਤਰ੍ਹਾਂ ਗਾਂ ਜਾ ਕੇ ਆਹ ਅਵਸਥਾ ਆਉਣੀ, ਗਾਂ ਜਾ ਕੇ ਆਹ ਅਵਸਥਾ ਆਉਣੀ ਹੈ। ਪਹਿਲਾਂ ਜਪਿਆ, ਫਿਰ ਜਾਨਾ ਨਿਰਵਾਣ ਹੋ ਗਿਆ, ਪੰਜਾਂ ਤੋਂ ਪਰੇ ਹੋ ਗਿਆ। ਜਦੋਂ ਪੰਜ ਭੱਜ ਗਏ ਫਿਰ ਉਹ ਪਾਵਰ ਅੰਦਰ ਆਈ। ਜਨਮ ਮਰਨ ਦੁੱਖ ਕਟਿਆ ਆਪੇ ਤੇਰਾ ਪੁਰਖ ਸੁਜਾਨ। ਸੰਤ ਆਨ ਦਾ ਸੰਗ ਹੋ ਗਿਆ ਸਦਾ ਲਈ। ਉਹ ਕੀ ਹੈ? ਗੁਰ ਮੇਰੇ ਸੰਗ ਸਦਾ ਹੈ ਨਾ, ਗੁਰ ਮੇਰੇ ਸੰਗ ਸਦਾ ਹੈ ਨਾ। ਗੁਰ ਦੇ ਰਾਰੇ ਨੂੰ ਔਂਕੜ ਹੈ ਇੱਥੇ। ਇਸ ਕਰਕੇ ਗੁਰ ਮੇਰੇ ਸੰਗੇ ਸਦਾ ਹੈ ਨਾ, ਗੁਰ ਮੇਰੇ
ਸੰਭਾਲਣ ਦੀ ਅਵਸਥਾ ਪਹੁੰਚ ਗਏ। ਸਿਮਰੇ ਸਿਮਰੇ ਤਿਸ ਸਦਾ ਸੰਭਾਲੇ, ਸਿਮਰੇ ਸਿਮਰੇ ਤਿਸ ਸਦਾ ਸੰਭਾਲੇ। ਏ ਗੁਰੇ ਮੇਰੇ ਸੰਗ ਗੁਰ ਸਦਾ ਹੈ ਨਾ, ਸਦਾ ਪਰੇ ਨਹੀਂ ਹੁੰਦਾ। ਬੜੇ ਸਤਿਕਾਰ ਨਾਲ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਸਿਰ 'ਤੇ ਚੱਕ ਕੇ ਅਦਵਨਾ ਗਾਉਂਦੇ ਆ ਸ਼ਬਦ, ਪਰ ਜਦੋਂ ਜਾ ਕੇ ਛਾੜਦੇ ਉਸ ਵੇਲੇ ਗੁਰੂ ਹਟ ਜਾਂਦਾ ਨਾਲ। ਨਹੀਂ, ਇਹ ਅੰਦਰਲੀ ਅਵਸਥਾ ਦੱਸੀ ਹੈ। ਔਰ ਸਤਿਕਾਰ ਲਈ ਅਸੀਂ ਕਹਿੰਦੇ ਹਾਂ ਵੀ ਗੁਰ ਮੇਰੇ ਸੰਗ ਸਦਾ ਹੈ, ਉਹ ਸਦਾ ਨਾਲ ਅੰਦਰ ਹੈ, ਉਹ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਜਿਹੜਾ ਸਦਾ ਨਾਲ ਹੈ ਉਹਦੇ ਲਈ ਲਿਖਿਆ ਸੰਤ ਸੰਗੇ ਸਾਗਰ ਤਰੇ, ਇਹ ਸੰਤ ਸੰਗੇ ਇਹ ਸਾਗਰ ਤਰੇ, ਜਨ ਨਾਨਕ ਸੱਚਾ ਤਾਣ, ਸੰਤ ਸੰਗੇ ਸਾਗਰ ਤਰੇ, ਜਨ ਨਾਨਕ ਸੱਚਾ ਤਾਣ, ਜਨਮ ਮਰਨ ਦੁਖ ਕਟਿਆ, ਹਰ ਭੇਟਿਆ ਪੁਰਖ ਸੁਜਾਨ, ਜਨਮ ਮਰਨ ਦੁਖ ਕਟਿਆ, ਹਰ ਭੇਟਿਆ ਪੁਰਖ ਸੁਜਾਨ। ਅਗਲਾ ਅਸੀਂ ਪੰਨਾ ਲੈਨੇ ਹਾਂ 239 239 ਪੰਨੇ ਦੇ ਉੱਤੇ ਗੌੜੀ ਮਹੱਲਾ ਪੰਜਵਾਂ ਉਹ ਸ਼ਬਦ ਦੇ ਰਿਹਾ ਹੈ, ਜੇ ਸ਼ਬਦ ਨਾਲ ਕਈਆਂ ਦਾ ਭਲਾ ਹੋ ਜਾਊ, ਵੀ ਅਸੀਂ ਉਸ ਅਵਸਥਾ ਤੱਕ ਕਿੱਦਾਂ ਪਹੁੰਚੀਏ, ਕਿੱਦਾਂ ਉਹਨੂੰ ਅੰਦਰ ਵੜ ਕੇ ਤੇ ਭੇਟੀਏ। ਇਹ ਸਾਰਾ ਸ਼ਬਦ ਕਹਿੰਦਾ ਤੈਨੂੰ ਗੁਰੂ ਦੇ ਬਚਨ ਤੋਂ ਬਗੈਰ ਤੂੰ ਕੁੱਖ ਨਹੀਂ ਕਰ ਸਕਦਾ। ਗੁਰ ਦਾ ਬਚਨ, ਜਿਹਨੂੰ ਗੁਰਮੰਤਰ, ਦੀਖਿਆ, ਸ਼ਬਦ, ਉਪਦੇਸ਼, ਪਤਾ ਨਹੀਂ ਕਿੰਨੇ ਕੁ ਨਾਂ ਆਉਂਦੇ ਹੈ, ਇਹ ਜਪਣ ਵਾਲਾ ਸ਼ਬਦ ਹੈ। ਸ਼ਬਦ ਸਾਰੀ ਬਾਣੀ 'ਚ ਦੋ ਕਿਸਮ ਦੇ ਨੇ, ਇੱਕ ਗਿਆਨ ਦੇਣ ਵਾਲਾ, ਇੱਕ ਜਪਣ ਵਾਲਾ ਸ਼ਬਦ। ਅਸੀਂ ਗਿਆਨ ਦੇਣ ਵਾਲੇ ਸ਼ਬਦ 'ਚੋਂ ਹੀ ਇਹ ਗਿਆਨ ਲੈ ਰਹੇ ਹਾਂ ਵੀ ਜਿਹੜਾ ਗੁਰੂ ਦਾ ਬਚਨ ਹੈ ਉਹ ਹੈ ਗੁਰਮੰਤਰ। ਇਹ ਬਚਨ ਦੇਣ ਲਈ ਹੀ ਦੇਹਾਂ ਆਈਆਂ ਸੀ, ਹਵਾ 'ਚੋਂ ਨਹੀਂ ਇਹ ਬਚਨ ਫੜ ਸਕਦੇ। ਰੱਬ ਆਣ ਕੇ ਸਿੱਧਾ ਨਹੀਂ ਕਿਸੇ ਨੂੰ ਬਚਨ ਦੇ ਸਕਦਾ। ਇਹ ਗੁਰਮੰਤਰ ਪਰਮੇਸ਼ਰ ਦਾ ਨਾਮ ਕੋਈ ਗੁਰੂ ਦੇ ਵਾਲਾ ਧਾਰਨਾ ਪੈਂਦਾ। ਪਹਿਲਾਂ ਅਸੀਂ ਪੰਜਾਂ ਸਿੱਖਾਂ ਕੋਲੋਂ ਖੰਡੇ ਬਾਟੇ ਦੀ ਪਹੁਲ ਲੈ ਕੇ ਦਸਮ ਪਾਤਸ਼ਾਹ ਨਾਲ ਰਾਹ ਤੋਰ ਦਿੱਤਾ। ਆਪ ਅਸੀਂ ਉਹਨਾਂ ਕੋਲੋਂ ਇਸ ਕਰਕੇ ਦੇ ਸਕਦੀ ਹੈ ਬਚਨ। ਬਚਨ ਰੱਬ ਦਾ ਹੋਵੇ, ਪਰ ਇਸ ਕਰਕੇ ਬਚਨ ਜਿਹੜਾ ਜਪਣਾ ਹੈ, ਇਹ ਸ਼ਬਦ 'ਚ ਐਸਾ ਕਿਹਾ। ਮਹੱਲੇ ਪੰਜਵੇਂ ਨਾਲ ਕਹਿੰਦਾ ਮੈਂ ਤਾਂ ਐਵੇਂ ਨਿਮਾਣਾ ਸੀ, ਮੈਨੂੰ ਕੋਈ ਜਾਣਦਾ ਨਹੀਂ ਸੀ, ਔਰ ਮੈਨੂੰ ਉਸ ਦੇ ਬਚਨ ਦੇ ਨਾਲ ਇੰਨਾ ਮਾਣ ਮਿਲਿਆ। ਔਰ ਇਸ ਗੁਰਮੰਤਰ ਦੀ ਉਹ ਵਡਿਆਈ ਇਸ 'ਚ ਦੱਸੀ ਜਾਏਗੀ ਜਿਹੜਾ ਵੀ ਅਸੀਂ ਕੁੱਦ ਕੇ ਨਾ ਇੱਕ ਸ਼ਬਦ ਜਿਹੜਾ ਜਪਣ ਵਾਲਾ ਉਹਨੂੰ ਜਪੇਗਾ ਔਰ ਉਸ ਸਟੇਜ ਤੱਕ ਪਹੁੰਚੇਗਾ ਵੀ ਅੰਦਰ ਮੈਂ ਸਾਰੀਆਂ ਸਟੇਜਾਂ ਦੇਖਾਂ। ਇਸ ਕਰਕੇ ਅਸੀਂ ਪਹਿਲਾਂ ਜਿੱਥੇ ਭੇਟਣਾ ਆਇਆ ਹੈ ਸ਼ਬਦ, ਉਹ ਅਸੀਂ ਲਾਈਨ ਅਖੀਰ ਦੀ ਪੜ੍ਹਾਂਗੇ ਪਹਿਲਾਂ ਵੀ ਕਿਸ ਤਰ੍ਹਾਂ ਭੇਟਿਆ ਹੈ। ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਗੁਰ ਕੈ ਬਚਨੇ, ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਇੱਥੇ ਭੁਲੇਖਾ ਖਾ ਜਾਂਦੇ ਹੈ। ਨਾਨਕ ਗੁਰ ਪਾਰ ਬ੍ਰਹਮ ਨਹੀਂ ਹੈ।
ਨਾਨਕ ਛਾਪ ਹੈ। ਨਾਨਕ ਗੁਰ, ਕਿਸੇ ਗੁਰੂ ਨਾਨਕ ਆਪਣੇ ਆਪ ਨੂੰ ਨਹੀਂ ਪਟਾਉਣ ਆਇਆ ਸੀ, ਆਪਣੇ ਆਪ ਨਹੀਂ ਉਹ ਗੁਰ। ਗੁਰ ਦੇ ਰਾਰੇ ਨੂੰ ਔਂਕੜ ਹੈ। ਇਹ ਗੁਰ ਉਹ ਹੀ ਹੈ ਜੋ ਜਪ 'ਚ ਪਹਿਲਾਂ ਹੀ ਆਉਂਦਾ, ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ। ਉਹ ਜਿਹੜਾ ਗੁਰ ਹੈ ਉਹ ਹੀ ਗੁਰੂ ਨਾਨਕ ਕਹਿੰਦਾ ਮੈਂ ਆਪਣੇ ਅੰਦਰ ਮੱਲਿਆ ਉਹਨੂੰ ਆਇਆ ਹੈ। ਮਹੱਲੇ ਪਹਿਲੇ ਦੀ ਬਾਣੀ ਹੈ ਤਾਂ ਗੁਰ ਖੁੱਲ੍ਹੇਗਾ। ਮਹੱਲਾ ਪਹਿਲਾ ਲਿਖਦਾ, ਤਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜਿਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਜੇ ਉੱਥੇ ਛਾਪ ਨਾਲ ਸਮਝਾਂਗੇ ਤੇ ਨਾਨਕ ਗੁਰ ਮਿਲਿਆ। ਨਾਨਕ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨਹੀਂ ਕਹਿ ਰਿਹਾ ਵੀ ਮੈਂ ਮੈਨੂੰ ਮਿਲ ਗਿਆ, ਉਹਦੀ ਬਾਣੀ ਹੈ। ਇਸ ਕਰਕੇ ਉਹ ਨਾਨਕ ਉੱਥੇ ਛਾਪ ਹੈ। ਇਸ ਕਰਕੇ ਛਾਪ ਦਾ ਮਤਲਬ ਨਹੀਂ ਕੋਈ ਹੁੰਦਾ। ਛਾਪ ਇਸ ਨਾਨਕ ਜੋਤ ਦੀ ਬਾਣੀ ਦੀ ਛਾਪ ਹੈ ਵੀ ਇਹਦੇ ਬਗੈਰ ਜੇ ਛਾਪ ਨਾ ਹੋਵੇ ਸਾਡੀ ਬਾਣੀ ਪਤਾ ਨਹੀਂ ਕਿੱਦਾਂ ਅਮਲਗਾਮੇਟ ਹੋ ਜਾਂਦੀ ਕਈ ਕੁਛ। ਇਸ ਕਰਕੇ ਨਾਨਕ ਜੋਤ ਦੀ ਬਾਣੀ ਹੈ ਔਰ ਨਾਨਕ ਗੁਰ ਭੇਟਿਆ। ਜੇ ਸਮਝਣਾ ਹੈ ਤੇ ਨਾਨਕ ਤੇ ਗੂਠਾ ਰੱਖ ਲਓ ਜਿੱਥੇ ਛਾਪ ਹੋਏ, ਗੁਰ ਭੇਟਿਆ ਪਾਰ ਬ੍ਰਹਮ। ਅਸੀਂ ਆਹ ਚੀਜ਼ ਭੇਟਣੀ ਗੁਰ, ਔਰ ਉਹੀ ਗੁਰੂ ਨਾਨਕ ਆਪਣੇ ਆਪ ਤੇ ਫਿਰ ਸ਼ਬਦ ਆਉਂਦਾ, ਗੁਰ ਪਰਮੇਸ਼ਰ ਨਾਨਕ ਭੇਟਿਆ ਸਾਚੇ ਸ਼ਬਦੇ ਨਿਬੇਰਾ। ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ। ਤਾਂ ਅਸੀਂ ਜਿਹੜੇ ਬੜੇ ਚੰਗੇ ਨੇ ਜਿਹੜੇ ਅੰਨ੍ਹੇਵਾਹ ਗੁਰੂ ਨਾਨਕ ਨੂੰ ਰੱਬ ਬਣਾਈ ਜਾਂਦੇ ਨੇ। ਇਸ ਕਰਕੇ ਉਹ ਸ਼ਬਦ ਦੇ ਰਹੇ ਨੇ, ਨਾਨਕ ਗੁਰ ਪਰਮੇਸ਼ਰ ਨਾਨਕ ਭੇਟਿਆ ਭੇਟਿਓ ਸਾਚਾ ਸ਼ਬਦੇ ਨਿਬੇਰਾ। ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ। ਉੱਥੇ ਉਹੀ ਗੁਰ ਦੇ ਰਾਰੇ ਨੂੰ ਔਂਕੜ, ਪਰਮੇਸ਼ਰ ਦੇ ਰਾਰੇ ਨੂੰ ਔਂਕੜ ਔਰ ਨਾਨਕ ਦੇ ਕੱਕੇ ਨੂੰ ਔਂਕੜ। ਉੱਥੇ ਛਾਪ ਨਹੀਂ, ਕਿਉਂਕਿ ਨਾਨਕ ਜੋਤ ਨਹੀਂ ਭੇਟਦੀ ਉੱਥੇ। ਉੱਥੇ ਨਾਨਕ ਨੀਚ ਬਣ ਰਿਹਾ ਹੈ। ਉੱਥੇ ਨਾਨਕ ਦੇ ਕੱਕੇ ਨੂੰ ਔਂਕੜ, ਨਾਨਕ ਗੁਰ ਪਰਮੇਸ਼ਰ ਨਾਨਕ ਨੇ ਭੇਟਿਆ ਸੱਚੇ ਸ਼ਬਦ ਦੇ ਨਾਲ। ਇਸ ਕਰਕੇ ਉਹ ਜਿਹੜਾ ਸ਼ਬਦ ਹੈ ਉਹਨੂੰ ਹੀ ਬਚਨ ਕਿਹਾ ਹੈ ਔਰ ਉਹਦੇ ਨਾਲ ਹੀ ਮੇਰਾ ਕਰਮ ਜਾਗ ਪਿਆ। ਮੇਰਾ ਐਸਾ ਅੰਦਰਲਾ ਚੀਜ਼ ਆ ਵੀ ਮੈਂ ਗੁਰ ਭੇਟਿਆ ਪਾਰ ਬ੍ਰਹਮ। ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਗੁਰ ਕੈ ਬਚਨੇ ਜਾਗਿਆ ਮੇਰਾ ਕਰਮ। ਹੁਣ ਬਚਨ ਨਹੀਂ ਕਹਿਣਾ, ਇੱਥੇ ਨੰਨੇ ਨੂੰ ਸਿਆਰੀ ਹੈ। ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰ ਕੈ ਬਚਨੇ, ਆ ਸ਼ਬਦ ਦੇ ਨਾਲ, ਜਪਣ ਵਾਲੇ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਮੈਂ। ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੁਰ ਕੈ ਬਚਨੇ। ਮਹੱਲਾ ਪੰਜਵਾਂ ਆਪਣੀ ਆਟੋਬਾਇਓਗ੍ਰਾਫੀ ਦੇ ਰਿਹਾ, ਆਪਣਾ ਜੀਵਨ ਦੱਸ ਰਿਹਾ ਵੀ ਮੈਂ ਭੇਟਿਆ। ਗੁਰ ਕੈ ਬਚਨੇ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਆਓ ਇਹਦੀ ਰਹਾਓ ਦੀ ਤੁਕ ਗਾਈਏ। ਗੁਰ ਕੈ ਬਚਨੇ, ਇਹ ਗੁਰ ਕੈ ਬਚਨੇ ਧਿਆਇਓ ਮੋਹਿ ਨਾਮ। ਗੁਰ ਪ੍ਰਸਾਦਿ ਮੋਹਿ ਮਿਲਿਆ ਥਾਂ। ਮੈਂ ਕਈ ਥਾਂ ਜਗ੍ਹਾ ਨਹੀਂ ਸੀ, ਕਿਤੇ ਜੰਨਤ ਥਾਵਾਂ ਸੀ, ਮੈਨੂੰ ਆਹ ਥਾਂ ਮਿਲ ਗਈ ਅੰਦਰ ਹੀ ਸਪਿਰਿਚੁਅਲ ਸਟੇਟ ਪਈ। ਗੁਰ ਕੈ ਬਚਨੇ ਧਿਆਇਓ ਮੋਹਿ ਨਾ ਹੋ। ਬਗੈਰ ਸ਼ਬਦ ਤੋਂ ਉਹ ਧਿਆਇਆ ਨਹੀਂ ਜਾ ਸਕਦਾ। ਗੁਰ ਕੈ ਬਚਨੇ ਧਿਆਇਓ ਮੋਹਿ ਨਾ, ਗੁਰ ਪ੍ਰਸਾਦਿ ਮੋਹਿ ਮਿਲਿਆ। ਰਹਾਓ ਰਹਾਓ ਬੋਲੋ ਨਾਲ। ਗੁਰ ਕੈ ਬਚਨੇ ਧਿਆਇਓ ਮੋਹਿ ਨਾ। ਤਾਂ ਗੁਰਬਚਨ ਦੀ ਲੋੜ ਹੈ, ਤਾਂ ਦੀਖਿਆ ਲੈਣ ਦੀ ਲੋੜ ਹੈ। ਤਾਂ ਸਾਰੀ ਜਿਨ ਚੱਕਰ ਅਸੀਂ ਸ਼ਬਦ ਜਪਣ ਵਾਲਾ ਲੈਂਦੇ ਨਹੀਂ ਆਪਣੇ ਗੁਰੂ ਕੋਲੋਂ, ਨਗੋਰੇ ਹਾਂ ਅਸੀਂ। ਔਰ ਸਾਡਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ
ਔਰ ਸ਼ਬਦ ਲੈ ਕੇ ਵੀ ਜੇ ਤੁਸੀਂ ਸਤਿਗੁਰੂ ਹੋਰ ਨੂੰ ਮੰਨ ਰਹੇ ਹੋ ਤਾਂ ਵੀ ਨੁਕਰੇ। ਇਸ ਕਰਕੇ ਜਿਹੜਾ ਉਹ ਸਤਿਗੁਰੂ ਨੂੰ ਗੁਰੂ ਮੰਨ ਕੇ ਔਰ ਉਹਦਾ ਪਰਮੇਸ਼ਰ ਦਾ ਨਾਮ ਦੀ ਦੀਖਿਆ ਲੈਂਦਾ ਹੈ, ਔਰ ਉੱਥੋਂ ਬਾਅਦ ਉਹ ਹੈ ਅਸਲ ਉਹ ਸਤਿਗੁਰੂ ਨੂੰ ਮੰਨਣ ਵਾਲਾ। ਅਸੀਂ ਮੰਨਦੇ ਦੇਹਧਾਰੀ ਸਤਿਗੁਰੂ ਨੂੰ ਉਹ ਡਿਸਿਪਲਿਨ ਨਹੀਂ ਹੈ। ਗੁਰ ਕੈ ਬਚਨੇ ਧਿਆਇਓ ਮੋਹਿ ਨਾ, ਗੁਰ ਪ੍ਰਸਾਦ ਉਸ ਕਾਲ ਪੁਰਖ ਨਾਲ ਸਤਿਗੁਰੂ ਨੇ ਕਰਨਾ। ਗੁਰ ਪ੍ਰਸਾਦੇ ਮੋਹਿ ਮਿਲਿਆ। ਆ ਦੇਖੋ ਕੈਸੀਆਂ ਸਿਹਾਰੀਆਂ ਉਗੜ ਰਹੀਆਂ, ਬੋਲੋਗੇ ਤੇ ਉਸੇ ਘਰ ਚ ਗਾਓਗੇ। ਗੁਰ ਕੈ ਬਚਨੇ ਧਿਆਇਓ ਮੋਹਿ ਨਾ, ਗੁਰ ਪ੍ਰਸਾਦੇ ਮੋਹਿ ਮਿਲਿਆ ਥਾਉ ਰਹਾਉ। ਗੁਰ ਕੈ ਬਚਨੇ ਧਿਆਇਓ ਮੋਹਿ ਨਾ, ਗੁਰ ਪ੍ਰਸਾਦੇ ਮੋਹਿ ਮਿਲਿਆ ਥਾਉ। ਇੱਥੋਂ ਸ਼ਬਦ ਸ਼ੁਰੂ ਹੁੰਦਾ ਔਰ ਉਸੇ ਸਟੇਜ ਤੇ ਆਣ ਕੇ ਅਖੀਰ ਤੇ ਖਤਮ ਹੋਏਗਾ। ਔਰ ਬੜੀ ਸੁਰਤ ਨੂੰ ਟੰਗ ਕੇ ਸ਼ਬਦ ਉਸੇ ਤਰ੍ਹਾਂ ਅੰਦਰ ਹਾਲਤ ਬਦਲੇਗੀ ਔਰ ਪਹਿਲੀਆਂ ਤੁਕਾਂ ਜਾ ਕੇ ਰਹਾਉ 'ਚ ਸਮਾਉਣਗੀਆਂ। ਗੁਰ ਕੈ ਬਚਨੇ ਮੋਹਿ ਪਰਮਗਤ ਪਾਈ, ਗੁਰੇ ਪੂਰੇ ਮੇਰੀ ਪੈਜ ਰਖਾਈ। ਧਿਆਨ 'ਚ ਕੀ ਹੈ? ਗੁਰੂ ਨਾਨਕ ਨਹੀਂ ਹੈ, ਕੁਛ ਨਹੀਂ ਹੈ। ਸ਼ਬਦ ਦੇ ਧਿਆਨ 'ਚ ਕੀ ਹੈ? ਗੁਰ ਕੈ ਬਚਨੇ ਮੋਹਿ ਪਰਮਗਤ ਪਾਈ, ਗੁਰੇ ਪੂਰੇ ਮੇਰੀ ਪੈਜ ਰਖਾਈ। ਔਰ ਹੌ 'ਚ ਸਮਾਉਣ ਲੱਗੀਆਂ। ਗੁਰ ਕੈ ਬਚਨੇ ਧਿਆਇਓ ਮੋਹਿ ਨਾ, ਗੁਰ ਪ੍ਰਸਾਦੇ ਮੋਹਿ ਮਿਲਿਆ। ਗੁਰ ਕੈ ਬਚਨੇ ਸੁਣੇ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਆ ਸ਼ਬਦ ਚੱਲਦਾ ਰੱਖਾਂਗੇ ਔਰ ਇਹ 'ਚ ਬੜੇ ਬੜੇ ਡੂੰਘੇ ਭੇਦ ਅਭਿਆਸੀਆਂ ਨੂੰ ਮਿਲਣਗੇ ਵੀ ਸਭ ਤੋਂ ਪਹਿਲਾਂ ਕੀ ਹੋਣੀ ਹੈ। ਸਭ ਤੋਂ ਪਹਿਲਾਂ ਗੁਰ ਕੇ ਬਚਨੇ ਸੁਣੇ। ਇਹ ਜਿਹੜਾ ਬਚਨ ਜਪ ਰਹੇ ਹੋ ਗੁਰਮੰਤਰ, ਇਹ ਤੁਹਾਨੂੰ ਕੰਨਾਂ ਨਾਲ ਆਪਣੇ ਆਪ ਸਾਰੇ ਬੰਨੇ ਸ਼ਬਦ ਹੀ ਸ਼ਬਦ ਭਰ ਜਾਣਾ। ਤੁਹਾਡੇ ਕੰਨ ਸੁਣ ਲੱਪਣਗੇ। ਪਹਿਲਾਂ ਸੁਣਨ ਦੀ ਦਸ਼ਾ ਬਦਲੀ ਹੈ। ਔਰ ਜਪ ਦੇ ਵਿੱਚ ਪੌੜੀਆਂ ਜਾਂ ਅੰਕ ਜਿਹਨੂੰ ਕਹਿ ਲਓ, ਉਹ ਜਪਣ ਦੇ ਨਹੀਂ ਹੈ, ਉਹ ਹੈ ਸੁਣਿਆ ਸਿੱਧ ਪੀਰ ਸੁਰਨਾਥ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਪਹਿਲਾਂ ਪਹਿਲੀ ਕਲਾ ਸੁਣਨ ਦੀ ਹੈ, ਫਿਰ ਹਿਰਦੇ 'ਚ ਮੰਨਣ ਹੋ ਜਾਂਦਾ, ਅੰਦਰ ਚਲੇ ਜਾਂਦਾ। ਤਾਂ ਚੀਜ਼ਾਂ ਇਸ ਕਰਕੇ ਪਹਿਲੀ ਕਲਾ ਕੀ ਵਰਤੀ ਵੀ ਇੰਨੀ ਉਹਦੀ ਮਿਹਰ ਹੋਈ। ਮੈਂ ਗੁਰੂ ਕੇ ਬਚਨ ਹੋਰ ਕਿਸ ਤਰ੍ਹਾਂ ਤੁਸੀਂ ਸ਼ਬਦ ਅਨਹਦ ਸ਼ਬਦ ਕੰਨਾਂ 'ਚ ਸੁਣ ਨਹੀਂ ਸਕਦੇ ਜੇਕਰ ਤੁਸੀਂ ਆਪਣੇ ਗੁਰੂ ਦੇ ਬਚਨ ਦੀ ਕਮਾਈ ਨਹੀਂ ਕਰਦੀ। ਗੁਰ ਕੈ ਬਚਨੇ ਸੁਣੇ ਰਸਨ ਵਖਾਣੀ। ਇਹ ਨਹੀਂ ਵੀ ਉਹ ਸੁਣਦਾ ਰਹੀ ਹੈ, ਨਾਲ ਨਾਲ ਰਸਨ ਨਾਲ ਨਾਮ ਜਪਣਾ ਵੀ ਪੈਣਾ। ਰਸਨ ਵਖਾਣੀ ਕਹਿੰਦੇ ਆ ਨਾਮ ਜਪਣ ਨੂੰ। ਗੁਰ ਕੈ ਬਚਨੇ ਸੁਣੇ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਉਹ ਸੁਣੇ ਕਿੰਨਾ ਵੀ ਇੰਨਾ ਦਸਮ ਗੁਰੂ ਨਾਨਕ ਕਹਿੰਦਾ ਮੈਂ ਇੰਨਾ ਜਪ ਨਾਮ ਜੀਭ ਨਾ ਜਪਿਆ ਵੀ ਇਹ ਫਿਰ ਮੈਨੂੰ ਸੁਣ ਲੱਗ ਪਿਆ। ਉਹ ਕੀ ਆ? ਮੈਂ ਕਹਿੰਦਾ ਹੋਰ ਕੋਈ ਕੰਮ ਨਹੀਂ ਕੀਤਾ। ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ। ਏ ਗੁਰ ਪਰਮੇਸ਼ਰ ਨਾਨਕ ਭੇਟਿਆ ਸਾਚੈ ਸ਼ਬਦ ਨਵੇਰਾ। ਇਹ ਨਾਮ ਜਪੀ ਪ੍ਰਭ